ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਗੋਲਡੀ ਪੀਪੀ ਅਤੇ ਪੁਨੀਤ ਦਾ ਅਜੇ ਵਿਵਾਦ ਥਮਿਆ ਨਹੀਂ, ਇੱਕ ਨਵਾਂ ਵਿਵਾਦ ਖੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਸਰਬੱਤ ਦਾ ਭਲਾ ਟਰਸਟ ਤੁਸੀਂ ਬਾਖੂਬ ਜਾਣਦੇ ਹੋ, ਐਸਪੀ ਓਬਰਾਏ ਇਸ ਨਾਮ ਨੂੰ ਵੀ ਤੁਸੀਂ ਬਾਖੂਬ ਜਾਣਦੇ ਹੋ, ਪਰ ਹੁਣ ਇਸ ਟਰਸਟ ਅਤੇ ਇਸ ਟਰਸਟ ਦੇ ਟਰਸਟੀ ਦੇ ਉੱਤੇ ਵੀ ਕਈ ਸਵਾਲ ਦਾਗੇ ਜਾ ਰਹੇ ਨੇ ਕਿ ਇਹ ਕਿਸੇ ਇੰਟੈਲੀਜੈਂਸ ਦਾ ਬੰਦਾ ਹੈ ਜੋ ਭਾਰਤ ਦੀ ਖੁਫੀਆ ਜਾਣਕਾਰੀ ਵਿਦੇਸ਼ਾਂ ਤੱਕ ਪਹੁੰਚਾ ਰਿਹਾ ਹੈ। ਆਖਿਰ ਨੇਪਾਲ ਵਿੱਚ ਸਥਿਤ ਸੈਂਕੜੇ ਏਕੜ ਬਾਬੇ ਨਾਨਕ ਦੇ ਨਾਮ ਦੀ ਜ਼ਮੀਨ, ਜਿਸ ਦੇ ਉੱਤੇ ਇਸਨੇ ਦਾਅਵਾ ਕੀਤਾ ਸੀ ਤੇ ਕਈ ਹਫ਼ਤਿਆਂ ਤੱਕ ਮੀਡੀਆ ਦੇ ਵਿੱਚ ਬਵਾਲ ਮਚਿਆ ਰਿਹਾ ਸੀ, ਉਸ ਜ਼ਮੀਨ ਦਾ ਸੌਦਾ ਕੀ ਹੋਇਆ? ਆਖਿਰ ਕਿਉਂ ਅੱਜ ਸਮਾਜ ਸੇਵਾ ਦੇ ਨਾਮ ਦੇ ਉੱਤੇ ਧੰਦੇ ਕੀਤੇ ਜਾ ਰਹੇ ਨੇ? ਆਖਿਰ ਕਿਉਂ ਵਰਦੀਆਂ ਪਾ ਕੇ ਸਰੇਆਮ ਲੋਕ ਆਪਣੇ ਆਪ ਨੂੰ ਸਮਾਜ ਸੇਵੀ ਅਖਵਾ ਰਹੇ ਨੇ ਤੇ ਕਿਸੇ ਵਰਦੀਧਾਰੀ ਸਮਾਜ ਸੇਵੀ ਨੂੰ ਸਮਾਜ ਸੇਵਾ ਕਰਨ ਤੋਂ ਰੋਕ ਦਿੱਤਾ ਜਾਂਦਾ ਹੈ ਤੇ ਕੱਢ ਦਿੱਤਾ ਜਾਂਦਾ ਹੈ, ਇਹ ਕਹਿ ਕੇ ਕਿ ਤੁਸੀਂ ਜਾਂ ਤਾਂ ਨੌਕਰੀ ਕਰੋ ਪੁਲਿਸ ਦੀ ਜਾਂ ਸਮਾਜ ਸੇਵਾ ਕਰ ਸਕਦੇ ਹੋ। ਪਰ ਐਸਪੀ ਓਬਰਾਏ ਤੇ ਤਾਂ ਇੱਥੇ ਤੱਕ ਇਲਜ਼ਾਮ ਲੱਗੇ ਨੇ ਕਿ ਉਹਨਾਂ ਦੇ ਨਾਲ ਮਿਲਿਆ ਹੋਇਆ ਬੰਦਾ ਜਾਂ ਉਹਨਾਂ ਦਾ ਬਿਜ਼ਨਸ ਪਾਰਟਨਰ ਕੋਈ ਹੋਰ ਨਹੀਂ, ਭਾਰਤ ਦਾ ਵਾਂਟਡ ਦਹਿਸ਼ਤਗਰਦ ਦਾਊਦ ਹੈ ਤੇ ਇਹ ਇਲਜ਼ਾਮ ਕੋਈ ਹੋਰ ਨਹੀਂ ਲਾ ਰਿਹਾ, ਇਹ ਇਲਜ਼ਾਮ ਲਗਾ ਰਹੇ ਨੇ ਐਡਵੋਕੇਟ ਮੇਜਰ ਸੰਧੂ। ਜਿਹੜੇ ਸਮਾਜ ਸੇਵੀ ਨੇ ਉਹਨਾਂ ਦੇ ਉੱਤੇ ਬਹੁਤ ਵੱਡਾ ਕਰੜਾ ਟਾਈਮ ਆਇਆ ਹੋਇਆ, ਯਾਨੀ ਕਿ ਮਾੜਾ ਟਾਈਮ ਆਇਆ ਹੋਇਆ। ਉਹਨਾਂ ਦੇ ਖੁਲਾਸੇ ਬਹੁਤ ਵੱਡੇ ਪੈਸੇ ਦੇ ਘਪਲੇ ਨੂੰ ਲੈ ਕੇ ਹੋ ਰਹੇ ਨੇ, ਸੱਚੇ ਨੇ ਝੂਠੇ ਨੇ, ਜਿਨ੍ਹਾਂ ਨੇ ਦਿੱਤੇ ਨੇ ਜਾਂ ਉਹਨਾਂ ਨੂੰ ਪਤਾ ਹੈ ਜਾਂ ਜਿਨ੍ਹਾਂ ਨੇ ਖਾਦੇ ਨੇ ਉਹਨਾਂ ਨੂੰ ਪਤਾ ਹੈ। ਵਿੱਚ ਦੋ ਪੁਲਿਸ ਵਾਲੇ ਜਿਹੜੇ ਵਰਦੀਆਂ ਪਾ ਕੇ ਸਮਾਜ ਸੇਵਾ ਕਰਦੇ ਸੀ ਤੇ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਟਿਕਟੌਕ ਹੁਣ ਤੱਕ ਇੰਡੀਆ 'ਚ ਨਹੀਂ ਚੱਲਦੀ, ਪਰ ਉੱਥੇ ਡਰਾਮੇ ਜਿਹੜੇ ਉਹਨਾਂ ਦੇ ਕਦੇ ਬੀਨ ਦੇ ਅੱਗੇ ਨੱਚਦੇ, ਕਦੇ ਦਾਰੂ ਪੀਂਦੇ, ਕਦੇ ਵੱਡੀਆਂ ਲਗਜ਼ਰੀ ਗੱਡੀਆਂ ਦੇ ਵਿੱਚ ਮौज ਮਸਤੀ ਕਰਦੇ ਹੋਏ ਨਜ਼ਰ ਆਉਂਦੇ ਸੀ। ਉਹਨਾਂ ਦੇ ਉੱਤੇ ਵੀ ਟਾਈਮ ਕਾਫੀ ਭਾਰੂ ਆ ਗਿਆ। ਹਾਲ ਨੇ ਮੀਡੀਆ ਦੇ ਉੱਤੇ ਮੈਂ ਇਹਨਾਂ ਨੂੰ ਕਈ ਸਾਲਾਂ ਤੋਂ ਫੋਲੋ ਕਰ ਰਿਹਾ। ਕਦੀ ਇਹਨਾਂ ਨੂੰ ਮੈਂ ਦੇਖਦਾ ਆ ਕਿ ਇਹ ਬਹੁਤ ਸਾਰੇ ਬੰਦੇ ਛਡਾ ਕੇ ਦੁਬਈ ਚੋਂ ਲਿਆਏ, ਕਦੀ ਸਾਊਦੀ ਅਰਬੀਆ, ਵਿਚ ਇਜ਼ ਵੈਰੀ ਨਾਈਸ ਥਿੰਗ। ਆਈ ਰੀਲੀ ਐਪਰੀਸ਼ੀਏਟ ਹਿਸ ਐਫਰਟਸ ਔਨ ਦੈਟ ਬੇਸਿਸ। ਪਰ ਉਹਨਾਂ ਦੇ ਪਿਛਲੇ ਪਾਸੇ ਕੀ ਹੈ ਬੈਕਗਰਾਉਂਡ ਦੇ ਵਿੱਚ? ਐਸਪੀ ਓਬਰਾਏ ਸਾਹਿਬ ਕਿੰਨੇ ਟਰਸਟ ਚਲਾਉਂਦੇ ਨੇ, ਕੀ ਕਰਦੇ ਨੇ ਦੁਬਈ ਦੇ ਵਿੱਚ, ਇਹਨਾਂ ਦੇ ਕੀ ਕੰਮ ਨੇ, ਕਿਹੜੇ ਬੰਦਿਆਂ ਨਾਲ ਇਹਨਾਂ ਦੇ ਸੰਬੰਧ ਨੇ, ਪਾਕਿਸਤਾਨ ਨੇ ਕੀ ਕਰਨ ਵਾਸਤੇ ਜਾਂਦੇ ਨੇ, ਪੁਰਾਣੀ ਸਰਕਾਰ ਨਾਲ ਯਾਨੀ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਨਾਲ ਕਿਵੇਂ ਸੰਬੰਧ ਸੀ ਇਹਨਾਂ ਦੇ, ਅਕਾਲੀ ਸਰਕਾਰ ਨਾਲ, ਅੱਜ ਕੱਲ੍ਹ ਦੀ ਕਾਂਗਰਸ ਸਰਕਾਰ ਨਾਲ ਕੀ ਸੰਬੰਧ ਨੇ? ਇਹ ਸਵਾਲ ਕਿਸੇ ਵੀ ਮੀਡੀਆ ਹਾਊਸਿਸ ਨੇ ਜਾਂ ਪੱਤਰਕਾਰ ਨੇ ਇਹਨਾਂ ਨੂੰ ਪੁੱਛੇ ਨਹੀਂ, ਸਿਰਫ ਤੇ ਸਿਰਫ ਸਿਫਤ ਕਰੀਏ। ਤੁਸੀਂ ਗੂਗਲ ਤੇ ਸਰਚ ਕਰਕੇ ਵੀ ਦੇਖ ਸਕਦੇ ਹੋ। ਗੂਗਲ 'ਚ ਜਦੋਂ ਇਸ ਬੰਦੇ ਦਾ ਨਾਮ ਸਰਚ ਕਰੋਗੇ ਤਾਂ ਇਹ ਵਰਲਡ ਦੇ ਜਿਹੜੇ ਬਿਗੇਸਟ ਡੌਨ ਨੇ ਦਾਊਦ ਇਬਰਾਹਿਮ, ਉਹਨਾਂ ਦੇ ਕਾਫੀ ਨੇੜਲੇ ਸਾਥੀ ਨੇ ਜਿਹੜੇ ਇੰਡੀਆ ਦੇ ਵਿੱਚੋਂ ਭਗੌੜੇ ਨੇ। ਤੇ ਇੰਡੀਆ ਦੇ ਵਿੱਚੋਂ ਤੁਸੀਂ ਦੁਬਈ ਨੂੰ ਜਦੋਂ ਗਏ ਹੋ ਤਾਂ ਉਦੋਂ ਜਦੋਂ ਬੱਬਰ ਖਾਲਸਾ ਇੰਟਰਨੈਸ਼ਨਲ ਸੁਖਦੇਵ ਸਿੰਘ ਬੱਬਰ ਜੀ ਉਹਨੇ ਫੜੇ ਜਾਂਦੇ ਆ, ਉਦੋਂ ਬਾਅਦ ਇਮੀਡੀਏਟਲੀ ਤੁਸੀਂ ਚਲੇ ਜਾਂਦੇ ਹੋ। ਇਹ ਉਦੋਂ ਹੀ ਘਟਨਾ ਕਿਉਂ ਵਾਪਰਦੀ ਹੈ? ਤੇ ਉਹ ਟਰਸਟ ਹੈ ਜਿਹੜਾ ਇੱਕ ਬਹੁਤ ਵੱਡਾ ਸਕੂਲ ਵੀ ਚਲਾਉਂਦਾ ਹੈ, ਕਾਲਜ ਵੀ ਚਲਾਉਂਦਾ, ਤੇ ਉਹਦੇ ਵਿੱਚ ਇਹ ਓਬਰਾਏ ਸਾਹਿਬ ਲੇਡੀਜ਼ ਟੀਚਰ ਦੀ ਤਨਖਾਹ ਦਿੰਦੇ ਸੀ। ਤੁਸੀਂ ਲੇਡੀਜ਼ ਟੀਚਰ ਦੀ ਤਨਖਾਹ ਕਿਉਂ ਦਿੰਦੇ ਸੀ ਤੇ ਜਿਹੜੀ ਤਨਖਾਹ ਦਿੱਤੀ ਜਾਂਦੀ ਸੀ ਉਹਦੇ ਬਦਲੇ ਦੇ ਵਿੱਚ ਤੁਹਾਡਾ ਕਾਰੋਬਾਰ ਕੀ ਸੀ, ਕਮਿਟਮੈਂਟ ਕੀ ਸੀ? ਲੇਡੀਜ਼ ਨੂੰ ਤੁਹਾਡੇ ਕੋਲ ਪੇਸ਼ ਕੀਤਾ ਜਾਂਦਾ ਸੀ ਜਾਂ ਫਿਰ ਹੋਰ ਕੋਈ ਕਾਰੋਬਾਰ ਸੀ? ਇਹਦਾ ਵੀ ਜਵਾਬ ਦੇ ਦਿਓ। ਬਹੁਤ ਵੱਡਾ ਮੁੱਦਾ ਕਈ ਸਾਲ ਪਹਿਲਾਂ ਆਇਆ ਸੀ ਤੇ ਓਬਰਾਏ ਸਾਹਿਬ ਨੇਪਾਲ ਚਲੇ ਗਏ ਸੀ। ਨੇਪਾਲ ਤੋਂ ਇੱਕ ਸਾਡੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੂੰ ਮੇਰਾ ਖਿਆਲ ਹੈ ਸਾਰੇ ਸਿੱਖ ਜਗਤ ਦਾ ਨਹੀਂ ਸਾਰੇ ਵਰਲਡ ਦਾ ਸਿਰ ਝੁਕਦਾ, ਉਹਨਾਂ ਦੇ ਕਿਸੇ ਪਿਆਰ ਕਰਨ ਵਾਲੇ ਨੇ ਕਈ ਸੌ ਏਕੜ ਜ਼ਮੀਨ ਜਿਹੜੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਹਨਾਂ ਦੇ ਨਾਮ ਕਰਾਤੀ ਸੀ। ਤੇ ਉਦੋਂ ਬਾਅਦ ਐਸਪੀ ਓਬਰਾਏ ਸਾਹਿਬ ਇੱਕਦਮ ਨੇਪਾਲ ਪਹੁੰਚ ਗਏ ਸੀ, ਹੋਟਲ ਬੁੱਕ ਕਰਾ ਲਿਆ ਸੀ ਕਾਗਜ਼ ਲੈ ਕੇ। ਮੈਨੂੰ ਨਹੀਂ ਪਤਾ ਕੀ ਕਾਗਜ਼ ਸੀ, ਪਰ ਇਹਨਾਂ ਨੇ ਭੜਥੂ ਪਾ ਦਿੱਤਾ ਸੀ ਬਈ ਮੈਂ ਜਾਵਾਂ ਤੇ ਪਰ ਇਹ ਜ਼ਮੀਨ ਜਿਹੜੀ ਹੈ ਇਹਦੇ ਆਹ ਕਾਗਜ਼ ਨੇ, ਇਹ ਜ਼ਮੀਨ ਜਿਹੜੀ ਹੈ ਇਹਦੇ ਹੱਕਦਾਰ ਅਸੀਂ ਆ, ਕੋਈ ਹੋਰ ਬੰਦਾ ਨਹੀਂ। ਉਹ 5-7 ਦਿਨ ਮੁੱਦਾ ਭਖਣ ਤੋਂ ਬਾਅਦ ਪਤਾ ਨਹੀਂ ਹੁਣ ਕੀ ਲੈਣ ਦੇਣ ਹੋਇਆ। ਚੜ੍ਹਦੀ ਕਲਾ। ਅੱਛਾ, ਇਹਨੂੰ ਸ਼ੇਅਰ ਕਰ ਲਓ ਕਿਉਂਕਿ ਮੈਂ ਬਾਰ-ਬਾਰ ਰਿਪੀਟ ਨਹੀਂ ਕਰਨਾ, ਤੇ 100 ਬੰਦਾ ਹੋ ਜੇ ਤੇ ਫਿਰ ਆਪਾਂ ਇਹ ਸਾਰੇ ਮੇਰੇ ਕੋਲ ਇੱਕ ਮੇਰਾ ਖਿਆਲ ਹੈ ਕਿ ਸਾਰੇ ਪੇਜ ਤੇਰੇ ਦੁਬਈ ਵਾਲੇ ਜੀ ਨਫ ਚਾਰਟਰਡ ਅਕਾਊਂਟੈਂਟ ਦੇ ਜਿਹੜੇ ਪੇਜ ਨੇ ਉਪਿੰਦਰ ਜੀ,
ਨਦੀਮ ਤੇ ਉਮਿੰਦਰਾ ਚਾਰਟਰਡ ਅਕਾਊਂਟੈਂਟਸ ਦੇ ਇਹ ਵੀ ਮੇਰੇ ਕੋਲ ਨੇ, ਉਹਨਾਂ ਦੀ ਸਟੈਂਪ ਵੀ ਲੱਗੀ ਹੋਈ ਹੈ, ਤੁਸੀਂ ਦੇਖ ਸਕਦੇ ਹੋ। ਤੇ ਇਹ ਸਾਰੇ ਡਾਕੂਮੈਂਟਸ ਜਿਹੜੇ ਆ ਇਹ ਤੁਹਾਡੇ ਦੁਬਈ ਤੋਂ ਹੀ ਆਏ ਆ ਜੀ। ਹੈਡਿੰਗ ਕਹਿੰਦੇ ਹੈਡਿੰਗ ਨਹੀਂ ਆ ਰਿਹਾ, ਚਲੋ ਜੇ ਹੈਡਿੰਗ ਨਹੀਂ ਆ ਰਿਹਾ ਕੋਈ ਗੱਲ ਨਹੀਂ, ਬਾਅਦ ਦੇ ਵਿੱਚ ਲਿਖ ਦਾਂਗੇ ਆਪਾਂ, ਪਰ ਮੈਂ ਕੋਸ਼ਿਸ਼ ਕੀਤੀ ਸੀ ਕਿ ਮੈਂ ਹੈਡਿੰਗ ਲਿਖ ਦਵਾਂ। ਪਰ ਇਹ ਗੱਲ ਉੱਥੇ ਹੋ ਰਹੀ ਹੈ ਜੀ, ਅੱਜ ਕੱਲ ਜਿਹੜੇ ਸਮਾਜ ਸੇਵੀ ਨੇ ਉਹਨਾਂ ਦੇ ਉੱਤੇ ਬਹੁਤ ਵੱਡਾ ਕਰੜਾ ਟਾਈਮ ਆਇਆ ਹੋਇਆ, ਯਾਨੀ ਕਿ ਮਾੜਾ ਟਾਈਮ ਆਇਆ ਹੋਇਆ। ਉਹਨਾਂ ਦੇ ਖੁਲਾਸੇ ਬਹੁਤ ਵੱਡੇ ਵੱਡੇ ਪੈਸੇ ਦੇ ਘਪਲੇ ਨੂੰ ਲੈ ਕੇ ਹੋ ਰਹੇ ਨੇ, ਸੱਚੇ ਨੇ ਝੂਠੇ ਨੇ, ਜਿਨ੍ਹਾਂ ਨੇ ਦਿੱਤੇ ਨੇ ਜਾਂ ਉਹਨਾਂ ਨੂੰ ਪਤਾ, ਜਾਂ ਜਿਨ੍ਹਾਂ ਨੇ ਖਾਦੇ ਨੇ ਉਹਨਾਂ ਨੂੰ ਪਤਾ। ਵਿੱਚ ਦੋ ਕੁ ਪੁਲਿਸ ਵਾਲੇ ਜਿਹੜੇ ਵਰਦੀਆਂ ਪਾ ਕੇ ਸਮਾਜ ਸੇਵਾ ਕਰਦੇ ਸੀ ਤੇ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਟਿਕਟੌਕ ਹੁਣ ਤੱਕ ਇੰਡੀਆ 'ਚ ਨਹੀਂ ਚੱਲਦੀ, ਪਰ ਉੱਥੇ ਡਰਾਮੇ ਜਿਹੜੇ ਉਹਨਾਂ ਦੇ ਕਦੇ ਬੀਨ ਦੇ ਅੱਗੇ ਨੱਚਦੇ, ਕਦੇ दारू ਪੀਂਦੇ, ਕਦੇ ਵੱਡੀਆਂ ਵੱਡੀਆਂ ਲਗਜ਼ਰੀ ਗੱਡੀਆਂ ਦੇ ਵਿੱਚ ਮौज ਮਸਤੀ ਕਰਦੇ ਹੋਏ ਨਜ਼ਰ ਆਉਂਦੇ ਸੀ। ਉਹਨਾਂ ਦੇ ਉੱਤੇ ਵੀ ਟਾਈਮ ਕਾਫੀ ਭਾਰੂ ਆ ਗਿਆ ਤੇ ਉਹ ਟਾਈਮ ਜਿਹੜਾ ਉਹ ਵੀ ਬਾਹਰਲੇ ਬੰਦਿਆਂ ਨੇ, ਕਿਉਂਕਿ ਮੈਨੂੰ ਲੱਗਦਾ ਕਿ ਇੰਡੀਆ ਵਾਲੇ ਤਾਂ ਹਜੇ ਕੁੱਤੇ ਖਾਣੀ ਸਪੈਸ਼ਲਿਸਟ ਜਿਹੜੇ ਬਘੇਲ ਸਿੰਘ ਹੈ, ਜਿਨ੍ਹਾਂ ਦਾ ਅਸਲੀ ਨਾਮ ਵੀਰ ਦਾ ਬਲਜੀਤ ਸਿੰਘ ਹੈ, ਸ਼ਾਇਦ ਉਹਨੂੰ ਕੁੱਤੇ ਖਾਣੀ ਬਘੇਲ ਸਿੰਘ ਦੇ ਨਾਮ ਨਾਲ ਹੀ ਮਸ਼ਹੂਰ ਹੋ ਗਏ ਉਹ। ਉਹਨਾਂ ਨੇ ਬੜੇ ਤੱਥਾਂ ਦੇ ਹਿਸਾਬ ਦੇ ਨਾਲ ਤੇ ਇਹਨਾਂ ਦੇ ਜਿਹੜੇ ਭਾਂਡੇ ਆ ਉਹ ਪੰਨੇ ਆ ਕਿ ਕਿਵੇਂ ਕਿਵੇਂ ਇਹ NGO ਰਜਿਸਟਰਡ ਕਰਾਉਂਦੇ ਆ ਤੇ ਕਿੰਨੇ ਕਿੰਨੇ ਪੈਸੇ ਜਿਹੜੇ ਆ ਲੋਕਾਂ ਤੋਂ, ਬਾਹਰਲੇ NRIਆਂ ਤੋਂ ਇਮੋਸ਼ਨਲ ਬਲੈਕਮੇਲ ਕਰਕੇ ਲੈਂਦੇ ਆ ਤੇ ਕਿੰਨੇ ਕਿੰਨੇ ਫਿਰ ਅੱਗੇ ਆਪ ਰੱਖਦੇ ਆ। ਕਿਉਂਕਿ ਕੋਈ ਵੀ ਤੁਸੀਂ ਕੰਮ ਕਰਨਾ ਹੁੰਦਾ ਤੇ ਉਹ ਕੰਮ ਕਰਨ ਵਾਸਤੇ ਦਿਹਾੜੀ ਤਾਂ ਆਪਣੀ ਬਣਦੀ ਹੋਈ ਹੈ ਤੇ ਉਹ ਕੋਈ ਗੁਨਾਹ ਵੀ ਨਹੀਂ ਹੈਗਾ, ਉਹ ਕੋਈ ਹਰਾਮਪਣਾ ਵੀ ਨਹੀਂ ਹੈਗਾ, ਉਹ ਬੇਇਨਸਾਫੀ ਵੀ ਨਹੀਂ ਹੈਗੀ, ਉਹ ਤਾਂ ਲੈਣੀ ਬਣਦੀ ਹੈ। ਸਪੋਜ਼ ਕਰੋ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਜਲੰਧਰ ਤੋਂ ਅੰਮ੍ਰਿਤਸਰ ਜਾਓ ਤਾਂ ਤੁਹਾਡੀ ਗੱਡੀ ਦਾ ਪੈਟਰੋਲ ਵੀ ਲੱਗੂਗਾ, ਤੁਹਾਡਾ ਸਮਾਂ ਵੀ ਲੱਗੂਗਾ, ਜਿੱਥੇ ਤੁਸੀਂ ਜਾਓਗੇ ਉੱਥੇ ਐਫਰਟ ਕਰਕੇ ਜਾਓਗੇ, ਤਾਂ ਫਿਰ ਜੇ ਮੈਂ ਕੁਝ ਪੈਸੇ ਤੁਹਾਨੂੰ ਦੇ ਕੇ ਤੁਰਾਂ ਤਾਂ ਮੇਰਾ ਇਹ ਫਰਜ਼ ਬਣਦਾ ਕਿ ਮੈਂ ਤੁਹਾਨੂੰ ਗੱਡੀ ਦਾ ਕਿਰਾਇਆ ਵੀ ਦੇ ਕੇ ਤੁਰਾਂ, ਜਾਂ ਟੈਕਸੀ ਜਿੰਨੇ ਦੀ ਤੁਸੀਂ ਕਰਕੇ ਜਾਓ ਉਹ ਵੀ ਦੇ ਕੇ ਤੁਰਾਂ, ਹੈ ਨਾ। ਤੇ ਉਹ ਪੈਸੇ ਲੱਗਦੇ ਆ, ਨਹੀਂ ਤਾਂ ਫਿਰ ਤੁਸੀਂ ਆਪਣੇ ਪੱਲਿਓਂ ਤਾਂ ਲਾਉਣੇ ਨਹੀਂ, ਤਾਂ ਵਿੱਚੋਂ ਹੇਰਾਫੇਰੀ ਕਰਕੇ ਖਾਣ ਦੀ ਕੋਸ਼ਿਸ਼ ਕਰੋਗੇ, ਉਹ ਤਾਂ ਵਾਜਬ ਹੈ ਜੀ, ਹੈ ਨਾ। 10% ਵਿੱਚੋਂ ਖਾ ਲੇ 20%, ਪਰ ਜੇ ਤੁਸੀਂ ਕਹੋ ਕਿ ਤੁਹਾਨੂੰ 100 ਪਾਉਂਡ ਬਾਹਰੋਂ ਆਇਆ ਹੋਵੇ ਤੇ 80% ਤੁਹਾਡੀ ਜੇਬ ਦੇ ਵਿੱਚ ਤੇ 20% ਤੁਸੀਂ ਲਾ ਦਿੱਤੇ ਤੇ ਮੁੜ ਕੇ ਫਿਰ ਇੱਕ ਵੀਡੀਓ ਪਾ ਦੇਣੀ ਇਮੋਸ਼ਨਲ ਬਲੈਕਮੇਲ ਕਰਨ ਵਾਸਤੇ ਜੀ ਇੰਨੇ ਪੈਸਿਆਂ ਦੀ ਹੋਰ ਲੋੜ ਹੈ। ਫਿਰ ਉਹਨੇ ਪੈਸਿਆਂ ਦੇ ਵਿੱਚ ਕੁਛ ਇੱਕ ਸਾਡੇ ਬੰਦੇ ਜਾਂ ਲੇਡੀਜ਼ ਜਿਹੜੀਆਂ ਇਮੋਸ਼ਨਲੀ ਭਾਵੁਕ ਹੋ ਕੇ ਤੁਹਾਨੂੰ ਫੋਨ ਕਰਕੇ ਤੇ ਪੈਸੇ ਪਾਉਣ ਤੇ ਫਿਰ ਉਹਨਾਂ ਨੂੰ ਤੁਸੀਂ ਡਿਸਕਲੋਜ਼ ਵੀ ਨਾ ਕਰੋ, ਇਹ ਕਹਿ ਕੇ ਟਾਲ ਦੋ ਕਿ ਗੁਪਤਦਾਨ ਆਇਆ ਜੀ, ਫਿਰ ਉਹਦਾ ਹਿਸਾਬ ਕਿਤਾਬ ਕਿਵੇਂ ਚੱਲੂਗਾ। ਸਮਾਜ ਸੇਵੀ ਬਹੁਤ ਦੇਖੇ ਨੇ ਤੇ ਬਹੁਤ ਸਾਰੇ ਮੁੰਡੇ ਚੰਗੇ ਵੀ ਹੈ ਜਿਹੜੇ ਬੜੀ ਇਮਾਨਦਾਰੀ ਦੇ ਨਾਲ ਕੰਮ ਕਰਦੇ ਆ, ਪਰ ਜਦੋਂ ਕਿਸੇ ਚੀਜ਼ ਦਾ ਕੋਈ ਧੰਦਾ ਬਣ ਜੇ ਤਾਂ ਉਹਦੇ ਵਿੱਚ ਇੰਪਿਓਰਿਟੀ, ਯਾਨੀ ਕਿ ਉਹਦੇ ਵਿੱਚ ਗਲਤ ਕੰਮ ਜਿਹੜੇ ਆ ਨਾ ਉਹ ਸੁਭਾਵਿਕ ਹੈ ਕਿ ਉਹਦੇ ਚ ਹੋ ਜਾਂਦੇ ਆ। ਤੇ ਪੰਜਾਬੀ ਬੰਦੇ ਇੰਨੇ ਲਾਈ ਲੱਗ ਨੇ ਕਿ ਕਿਸੇ ਦਾ ਇੱਕ ਕੰਮ ਚੱਲ ਜੇ ਉਦਾਂ ਹੀ ਭੇਡ ਚਾਲ ਉਸੇ ਕੰਮ ਦੇ ਮਗਰ ਲੱਗ ਜਾਂਦੀ ਹੈ। ਜੇ ਕਿਸੇ ਬੰਦੇ ਨੇ ਕੰਬਾਈਨ ਲੈ ਲਈ, ਉਹਦਾ ਬਹੁਤ ਵਧੀਆ ਕੰਮ ਚੱਲ ਗਿਆ ਤੇ ਨਾਲ ਦੇ 4 ਗੁਆਂਢੀ ਉਹਦੇ ਆ ਉਹ ਕੰਬਾਈਨਾਂ ਹੀ ਲੈ ਆਉਣਗੇ ਚਾਹੇ ਘਾਟਾ ਹੀ ਪੈ ਜੇ। ਜੇ ਇੱਕ ਬੰਦੇ ਦਾ 5 ਕਿੱਲੇ ਜਾਂ 10 ਕਿੱਲੇ ਦਾ ਟੱਕ ਹੈ ਤੇ ਉਹਨੇ ਇੱਕ ਟਰੈਕਟਰ ਲੈ ਲਿਆ ਤੇ ਦੂਜੇ ਦਾ ਭਾਵੇਂ 4 ਕਿੱਲਿਆਂ ਦਾ ਹੋਵੇ, ਉਹਨੇ ਵੀ ਲਿਆ ਕੇ ਉਹੀ ਖੜਾ ਕਰਾ ਦੇਣਾ। ਸੋ ਇਹ ਭੇਡ ਚਾਲ ਦੇ ਵਿੱਚ ਜਿਹੜੇ ਸਾਡੇ ਲੋਕ ਕਾਫੀ ਮੁਰੇ ਨੇ। ਇੱਕ ਨੇ NGO ਰਜਿਸਟਰ ਕਰਾਈ ਤਾਂ ਦੂਜੇ ਨੇ ਕਰਾ ਲਈ, ਤੀਜੇ ਨੇ ਦੇਖਿਆ ਕਿ ਇਹਦੇ ਘਰੇ ਬਹੁਤ ਕੁਝ ਬਣ ਗਿਆ, ਚੌਥੇ ਨੇ ਕਰਾ ਲਈ, ਪੰਜਵੇਂ ਨੇ, ਮਤਲਬ ਸਾਰੇ ਹੀ ਉਸ ਧੰਦੇ ਵਾਲੇ ਪਾਸੇ ਚੱਲ ਜਾਂਦੇ। ਪਰ ਜੇ ਸੱਚ ਪੁੱਛੋ ਪੰਜਾਬ ਵਿੱਚ ਜਿਹੜੇ ਅੱਜ ਕੱਲ ਬਹੁਤ ਮਾਰਕੇ ਦੇ ਧੰਦੇ ਚੱਲ ਰਹੇ ਨੇ ਉਹ ਤਾਂ ਇਹੀ ਨਹੀਂ, ਜਾਂ ਤਾਂ ਟਰਸਟ ਬਣਾ ਲਓ ਜਾਂ ਫਿਰ NGO ਬਣਾ ਲਓ ਤੇ ਜਾਂ ਫਿਰ ਕੋਈ ਹੋਰ ਵਧੀਆ ਜਿਹਾ ਫੋਨ ਲੈ ਕੇ ਤੇ ਭਾਵੁਕ ਜੀਆਂ ਵੀਡੀਓ ਬਣਾ ਕੇ ਲੋਕਾਂ ਨੂੰ ਅਪੀਲ ਕਰ ਦਿਓ ਜੀ ਇਹਦਾ ਆਹ ਹੋਣ ਵਾਲਾ, ਇਹਦਾ ਆਹ ਹੋਣ ਵਾਲਾ। ਕਿਉਂਕਿ ਸਿੱਧੇ ਜਿਹੜੇ ਬੰਦਿਆਂ ਦੇ ਵਿਚਾਰਿਆਂ ਦੇ ਮੰਦੇ ਹਾਲ ਨੇ ਉਹ ਸਿੱਧੇ ਤਾਂ ਕੰਟੈਕਟ ਨਹੀਂ ਕਰ ਸਕਦੇ, ਨਾ ਤਾਂ ਉਹਨੂੰ ਸੋਸ਼ਲ ਮੀਡੀਆ ਵਰਤਣਾ ਆਉਂਦਾ, ਤੇ ਸੋਸ਼ਲ ਮੀਡੀਆ ਨੂੰ ਜਿਹੜੇ ਚਲਾਕ ਬੰਦੇ ਨੇ ਉਹਦਾ ਮਿਸਯੂਜ਼ ਕਰ ਜਾਂਦੇ ਆ, ਜਿਹੜੇ ਇਮਾਨਦਾਰ ਬੰਦੇ ਨੇ ਉਹ ਉਹਦਾ ਸਹੀ ਯੂਜ਼ ਕਰਦੇ ਆ। ਤਾਂ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ, ਇਹਨਾਂ ਨੂੰ ਛੱਡੋ। ਉੱਪਰ ਹੈਡਿੰਗ ਆ ਰਹੀ ਹੈ ਜੀ, ਅੱਛਾ ਹੈਡਿੰਗ ਆ ਰਹੀ ਹੈ, ਉਹ ਕਹਿੰਦੇ ਕਿ ਨਹੀਂ ਹੈਡਿੰਗ ਆ ਰਹੀ, ਇਹ ਪਲੀਜ਼ ਕਲੀਅਰ ਕਰੋ ਕਿ ਤੁਹਾਨੂੰ ਪਤਾ ਲੱਗ ਰਿਹਾ। ਇੱਕ ਸਾਡੇ ਕੋਲ ਬਹੁਤ ਵੱਡੇ ਸਮਾਜ ਸੇਵੀ ਨੇ ਜੀ, ਤੁਸੀਂ ਤਾਂ ਛੋਟੀਆਂ ਛੋਟੀਆਂ ਮੱਛੀਆਂ ਦੀ ਗੱਲ ਕਰਦੇ ਹੋ, ਪਰ ਮੈਂ ਤੁਹਾਨੂੰ ਜਿਹੜਾ ਕਰੋੜਾਂ ਅਰਬਾਂ ਦਾ ਹੈ ਨਾ ਜਿਹਦੇ ਵਿੱਚ ਕੰਮ ਚੱਲਦਾ ਆ ਉਹ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦਾ। ਉਸ ਬੰਦੇ ਨੂੰ ਮੈਂ ਕੁਝ ਸਵਾਲ ਪੁੱਛਣੇ ਚਾਹੁੰਦਾ। ਦੇਖੋ ਪਹਿਲਾਂ ਮੈਂ ਇੱਕ ਗੱਲ ਕਲੀਅਰ ਕਰਦਾ ਕਿ ਜਿਹੜੇ SP ਉਬਰਾਏ ਸਾਹਿਬ ਨੇ, ਸਰਬੱਤ ਦਾ ਭਲਾ ਜਿਹੜਾ ਟਰਸਟ ਚਲਾਉਂਦੇ ਆ, ਜਾਂ ਫਿਰ ਉਹਨਾਂ ਦੇ ਟਰਸਟ ਦਾ ਅਲੱਗ-ਅਲੱਗ ਦੇਸ਼ਾਂ 'ਚ ਅਲੱਗ-ਅਲੱਗ ਨਾਮ ਨੇ, ਕੋਈ ਪ੍ਰੋਬਲਮ ਨਹੀਂ।
ਤੇ ਪ੍ਰੋਬਲਮ ਹੈ ਕਿ ਉਹਨਾਂ ਦੇ ਜਿਹੜੇ ਪਾਰਟਨਰ ਨੇ ਦੁਬਈ ਦੇ ਵਿੱਚ ਹੋਰ ਨੇ, ਦੂਜੇ ਪਾਸੇ ਹੋਰ ਨੇ। ਇਹ ਕੌਣ ਨੇ ਜੀ? ਸੁਖਦੇਵ ਸਿੰਘ। ਅੱਛਾ, ਹੁਣ ਮੈਨੂੰ ਪਤਾ ਲੱਗ ਗਿਆ ਕਿ ਤੁਸੀਂ ਰਿਕੁਐਸਟ ਵੀ ਕਰ ਸਕਦੇ ਹੋ, ਆ ਸਕਦੇ ਹੋ, ਪਰ ਅੱਜ ਦਾ ਜਿਹੜਾ ਟਾਈਮ ਹੈ ਨਾ ਉਹਦੇ ਤੇ ਮੈਂ ਕੋਈ ਗੈਸਟ ਨਹੀਂ ਲੈਣਾ, ਕਿਉਂਕਿ ਮੇਰੀ ਗੱਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਦਲਬੀਰ ਸਿੰਘ USA ਤੋਂ ਇਹ ਵੀ ਸਾਡੇ ਨਾਲ ਹਾਜ਼ਰ ਹੋ ਗਏ ਨੇ, ਬਲਰਾਜ ਚੀਮਾ ਜੀ ਵੀ ਸਾਡੇ ਨਾਲ ਆ ਗਏ ਨੇ, ਜੁੜ ਗਏ ਨੇ ਜੀ, ਹੈ ਨਾ। ਤੇ ਦੂਜੀ ਗੱਲ ਆਪਾਂ ਕੀ ਕਰਨੀ ਸੀ, ਆਪਾਂ ਇਹੀ ਕਰ ਰਹੇ ਸੀ ਕਿ SP ਉਬਰਾਏ ਸਾਹਿਬ, ਉਹਨਾਂ ਨੇ ਬੈਕਗਰਾਉਂਡ ਤਾਂ ਮੈਂ ਕਾਹਨੂੰ ਜਾਣਾ ਕਿਉਂਕਿ ਬਹੁਤ ਲੰਬੀ ਹੈ। ਇਹ ਉਸ ਵੇਲੇ ਦੀ ਹੈ ਜਦੋਂ ਅਸੀਂ ਯੂਨੀਵਰਸਿਟੀ 'ਚ ਸਟੂਡੈਂਟ ਹੁੰਦੇ ਸੀ। ਪਰ ਮੈਂ ਇੰਨੀ ਕੁ ਗੱਲ ਤੁਹਾਨੂੰ ਕਲੀਅਰ ਕਰ ਦਵਾਂ ਕਿ ਮੈਂ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਪੜ੍ਹਦਾ ਸੀ ਤਾਂ ਉਸ ਵੇਲੇ ਸਾਡੇ ਮਿੱਤਰਾਂ ਨੇ, ਯਾਨੀ ਕਿ 2-3 ਮੁੰਡਿਆਂ ਨੇ ਕਿ LIG ਦਾ ਮਤਲਬ ਹੁੰਦਾ ਹੈ ਲੋਅਰ ਇਨਕਮ ਗ੍ਰੇਡ, ਅਰਬਨ ਸਟੇਟ ਦੇ ਵਿੱਚ ਫਲੈਟ ਬਣੇ ਸੀ, ਜਿਹੜੇ ਲੋਅਰ ਇਨਕਮ ਵਾਲੇ ਬੰਦਿਆਂ ਵਾਸਤੇ ਬਣੇ ਸੀ। ਅਰਬਨ ਸਟੇਟ ਦੇ 2 ਪਾਰਟ ਨੇ, ਪੰਜਾਬੀ ਯੂਨੀਵਰਸਿਟੀ ਤੇ ਪਟਿਆਲਾ ਦੇ ਵਿਚਾਲੇ। ਇੱਕ ਨੂੰ ਫੇਸ 1 ਕਹਿੰਦੇ, ਇੱਕ ਨੂੰ ਫੇਸ 2 ਕਹਿੰਦੇ ਆ, ਹੁਣ ਤਾਂ ਫੇਸ 3-4 ਵੀ ਸ਼ਾਇਦ ਬਣ ਗਏ ਹੋਣੇ ਆ। ਪਰ LIG ਜਿੱਥੇ ਫਲੈਟ ਹੁੰਦੇ ਸੀ, ਉੱਥੇ ਜਦੋਂ ਅਸੀਂ ਰਹਿੰਦੇ ਸੀ, ਮੈਂ ਥੋੜੀ ਜਿਹੀ ਬੈਕਗਰਾਉਂਡ ਤੁਹਾਨੂੰ ਦੱਸ ਦਵਾਂ, ਉੱਥੇ ਅਸੀਂ ਜਦੋਂ ਰਹਿੰਦੇ ਸੀ ਤਾਂ ਜਿਹੜਾ ਫਲੈਟ ਸੀ ਸਾਡੇ ਮਿੱਤਰਾਂ ਦਾ, ਨਾਲ ਦੇ ਮਿੱਤਰ ਸਗੋਂ ਹੁਣ USA ਨੇ, ਤੇ ਇੱਕ ਮਿੱਤਰ ਉੱਥੇ ਹੀ ਹੈ ਪਰ ਮੈਂ ਉਹਦਾ ਨਾਮ ਨਹੀਂ ਮੈਂਸ਼ਨ ਕਰੂੰਗਾ ਕਿਉਂਕਿ ਗੱਲ ਸੀਰੀਅਸ ਹੈ। ਉੱਥੇ ਜਦੋਂ ਰਹਿੰਦੇ ਸੀ LIG ਅਰਬਨ ਸਟੇਟ ਦੇ ਫਲੈਟ ਦੇ ਵਿੱਚ, ਉੱਥੇ ਨਾਲ ਦੇ ਫਲੈਟ ਦੇ ਵਿੱਚ ਸਾਡੇ ਜਿਹੜਾ ਨਾਲ ਦਾ 2-3 ਪਰਿਵਾਰ ਰਹਿੰਦੇ ਸੀ। ਉਹਨਾਂ ਚੋਂ ਇੱਕ ਬੜਾ ਮਸ਼ਹੂਰ ਪਰਿਵਾਰ ਸੀ ਜੀ, ਉਹ ਸੀਗਾ ਨਾਭੇ ਵਾਲੀਆਂ ਬੀਬੀਆਂ, ਜਿਹੜੀਆਂ ਵਰਲਡ ਵਾਈਡ ਬਹੁਤ ਮਸ਼ਹੂਰ ਨੇ। ਤੇ ਉਹ ਜਦੋਂ ਸੁਖਦੇਵ ਸਿੰਘ ਬੱਬਰ ਜੀ, ਬੱਬਰ ਖਾਲਸਾ ਇੰਟਰਨੈਸ਼ਨਲ ਦੇ ਫੜੇ ਗਏ ਸੀ ਅਰਬਨ ਸਟੇਟ ਦੇ ਵਿੱਚੋਂ, ਵਾਈਟ ਹਾਊਸ ਦੇ ਵਿੱਚੋਂ, ਤੇ ਪੁਲਿਸ ਨੇ ਉਹਨਾਂ ਦਾ ਮੁਕਾਬਲਾ ਸ਼ੋਅ ਕੀਤਾ ਸੀ ਤੇ ਉਹਨਾਂ ਦੀ ਗੱਡੀ ਵੀ ਸ਼ੋਅ ਕੀਤੀ ਸੀ, ਤੇ ਉਹਦੇ ਕੇਸ ਦੇ ਵਿੱਚ ਉਹ ਅੰਦਰ ਹੋਏ ਸੀ ਤੇ ਉਹਨਾਂ ਤੇ ਬਹੁਤ ਵੱਡਾ ਤਸ਼ੱਦਦ ਵੀ ਹੋਇਆ ਸੀ। ਸੋ ਨਾਭੇ ਵਾਲੀ ਜਿਹੜੀ ਵੱਡੀ ਬੀਬੀ ਸੀ, ਉਹਨਾਂ ਦੀ ਜਿਹੜੀ ਵੱਡੀ ਬੇਟੀ ਸੀ, ਜਿਹਨੂੰ ਅਸੀਂ ਪਿੰਕੀ ਕਹਿੰਦੇ ਸੀ, ਸਾਡੇ ਹਾਣ-ਮਹਾਣੀ ਸੀਗੇ ਜਦੋਂ ਅਸੀਂ ਪੜ੍ਹਦੇ ਸੀ, ਤਾਂ ਉਹ ਜਿਹੜੀ ਪਿੰਕੀ ਸੀ ਉਹ ਜਸਮੇਰ ਸਿੰਘ ਸੰਧੂ, ਜਿਨ੍ਹਾਂ ਦਾ ਨਾਮ ਸੁਖਦੇਵ ਸਿੰਘ ਬੱਬਰ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਸੀਗੇ, ਉਹ ਪਿੰਕੀ ਦੇ ਨਾਲ ਸਾਨੂੰ ਇਹ ਸੀ ਕਿ ਪਿੰਕੀ ਉਹਨਾਂ ਦੀ ਵਾਈਫ ਹੈ ਜਸਮੇਰ ਸਿੰਘ ਸੰਧੂ ਦੀ। ਪਰ ਸਾਨੂੰ ਵੀ ਇਸ ਗੱਲ ਦਾ ਨਹੀਂ ਸੀ ਪਤਾ ਕਿ ਜਸਮੇਰ ਸਿੰਘ ਸੰਧੂ ਠੇਕੇਦਾਰ, ਜਿਹੜਾ ਸਾਡੇ ਕੋਲੇ ਆਉਂਦਾ ਜਾਂਦਾ, ਜਿਨ੍ਹਾਂ ਦਾ ਬੱਚਾ ਵੀ ਸਾਡੇ ਫਲੈਟ ਦੇ ਮੂਹਰੇ ਹਮੇਸ਼ਾ ਹੀ ਖੇਡਦਾ ਸੀ, ਤੇ ਉਹਨਾਂ ਦੀ ਸਾਡੇ ਨਾਲ ਸਤਿ ਸ੍ਰੀ ਅਕਾਲ ਵੀ ਹੋਣੀ, ਕਈ ਵਾਰੀ ਫੜ ਕੇ ਗੱਲਬਾਤ ਵੀ ਕਰਨੀ, ਪਰ ਅਸੀਂ ਉਹਨਾਂ ਨੂੰ ਜਸਮੇਰ ਸਿੰਘ ਸੰਧੂ ਦੇ ਨਾਮ ਤੋਂ ਹੀ ਜਾਣਦੇ ਸੀ। ਤੇ ਜਸਮੇਰ ਸਿੰਘ ਸੰਧੂ ਦੇ ਨਾਲ ਮੈਂ ਕਦੇ ਇਹਨਾਂ ਨਾਲ ਬੋਲਿਆ ਨਹੀਂ, SP ਉਬਰਾਏ ਸਾਹਿਬ ਨਾਲ, ਪਰ ਮੈਂ ਜਸਮੇਰ ਸਿੰਘ ਸੰਧੂ ਦੇ ਨਾਲ ਅਰਬਨ ਸਟੇਟ ਦੇ ਵਿੱਚ ਇਹਨਾਂ ਨੂੰ ਕਈ ਵਾਰੀ ਦੇਖਿਆ। ਅੱਜ ਤੋਂ ਬਹੁਤ ਸਾਲ ਪਹਿਲਾਂ ਦੀ ਗੱਲ ਹੈ, 30 ਸਾਲ ਪਹਿਲਾਂ ਦੀ ਗੱਲ ਹੋਊਗੀ। ਤੇ ਜਦੋਂ ਸੁਖਦੇਵ ਸਿੰਘ ਬੱਬਰ, ਜਿਨ੍ਹਾਂ ਨੂੰ ਜਸਮੇਰ ਸਿੰਘ ਸੰਧੂ ਕਿਹਾ ਜਾਂਦਾ ਸੀ ਠੇਕੇਦਾਰ, ਉਹਨਾਂ ਦੇ ਨਾਲ SP ਉਬਰਾਏ ਸਾਹਿਬ ਨੂੰ ਮੈਂ ਦੇਖਿਆ, ਕਿਉਂਕਿ ਜਿਹੜੇ ਜਸਮੇਰ ਸਿੰਘ ਸੰਧੂ ਸੀ, ਯਾਨੀ ਕਿ ਸੁਖਦੇਵ ਸਿੰਘ ਬੱਬਰ ਸੀਗੇ, ਉਹ ਇੱਕ ਠੇਕੇਦਾਰ ਦੇ ਕੀਤੇ ਵਜੋਂ ਆਮ ਪਬਲਿਕ ਦੇ ਵਿੱਚ ਪੇਸ਼ ਹੁੰਦੇ ਸੀ। ਤੇ SP ਉਬਰਾਏ ਜਿਹੜੇ ਸਰਬੱਤ ਦਾ ਭਲਾ ਦੁਬਈ ਵਾਲੇ ਨੇ, ਰੱਬ ਇਹਨਾਂ ਦਾ ਭਲਾ ਕਰੇ, ਤੇ ਇਹ ਵੀ ਉਸ ਕੰਸਟਰਕਸ਼ਨ ਕੰਪਨੀ ਦੇ ਨਾਲ ਸੰਬੰਧਿਤ ਸੀਗੇ, ਯਾਨੀ ਕਿ ਜਸਮੇਰ ਸਿੰਘ ਸੰਧੂ ਦੇ ਨਾਲ ਉਰਫ ਸੁਖਦੇਵ ਸਿੰਘ ਬੱਬਰ ਦੇ ਕੋਲ ਆਮ ਆਉਂਦੇ ਜਾਂਦੇ, ਉੱਥੇ ਦੇਖੇ ਜਾਂਦੇ ਸੀ। ਪਰ ਅਸੀਂ ਇਹਨਾਂ ਨਾਲ ਨਾ ਕਦੀ ਹੱਥ ਮਿਲਾਇਆ, ਨਾ ਕਦੀ ਬੋਲੇ, ਨਾ ਸਾਨੂੰ ਪਤਾ ਸੀ ਕਿ ਇਹ ਬੰਦਾ ਕੌਣ ਹੈ, ਪਰ ਅਸੀਂ ਇਹਨਾਂ ਨੂੰ ਯੰਗ ਉਮਰ ਦੇ ਵਿੱਚ ਦੇਖਿਆ ਹੋਇਆ ਜੀ। ਇੰਨਾ ਕੁ ਮੈਂ ਤੁਹਾਨੂੰ ਸਬੰਧ ਦੱਸ ਦਵਾਂ। ਬਾਕੀ ਮੇਰੇ ਕੁਝ ਇੱਕ ਸਵਾਲ ਨੇ ਮੀਡੀਆ ਦੇ ਉੱਤੇ, ਮੈਂ ਇਹਨਾਂ ਨੂੰ ਕਈ ਸਾਲਾਂ ਤੋਂ ਫੋਲੋ ਕਰ ਰਿਹਾ। ਕਦੀ ਇਹਨਾਂ ਨੂੰ ਮੈਂ ਦੇਖਦਾ ਹਾਂ ਕਿ ਇਹ ਬਹੁਤ ਸਾਰੇ ਬੰਦੇ ਛਡਾ ਕੇ ਦੁਬਈ ਚੋਂ ਲਿਆਏ, ਕਦੀ ਸਾਊਦੀ ਅਰਬੀਆ, ਵਿਚ ਇਜ਼ ਵੈਰੀ ਨਾਈਸ ਥਿੰਗ, ਆਈ ਰੀਅਲੀ ਐਪਰੀਸ਼ੀਏਟ ਹਿਸ ਐਫਰਟਸ ਔਨ ਦੈਟ ਬੇਸਿਸ। ਪਰ ਉਹਨਾਂ ਦੇ ਪਿਛਲੇ ਪਾਸੇ ਕੀ ਹੈ, ਬੈਕਗਰਾਉਂਡ ਦੇ ਵਿੱਚ ਉਹਨਾਂ ਦੇ ਕੁਝ ਸਵਾਲ ਨੇ ਮੇਰੇ, ਤੇ ਜਿਹੜੇ ਮੈਂ ਚਾਹੁੰਦਾ ਕਿ ਮੀਡੀਆ ਵਾਲੇ ਇਹਨਾਂ ਤੋਂ ਸ਼ਾਇਦ ਇਹ ਪੇਡ ਇੰਟਰਵਿਊ ਕਰਦੇ ਹੋਣਗੇ, ਜਾਂ ਫਿਰ ਮੀਡੀਆ ਵਾਲਿਆਂ ਦੇ ਨਾਲ, ਇਹਨਾਂ ਦੇ ਹਾਊਸਿਸ ਦੇ ਨਾਲ ਇਹਨਾਂ ਦੇ ਸੰਬੰਧ ਹੋਣਗੇ, ਕਿਉਂਕਿ ਬਹੁਤ ਵੱਡੇ ਬੰਦੇ ਨੇ, ਲੱਖਾਂਪਤੀ ਨਹੀਂ, ਕਰੋੜਾਂਪਤੀ ਨਹੀਂ, ਅਰਬਾਂਪਤੀ ਨੇ, ਤੇ ਇਹ ਬਹੁਤ ਵੱਡੇ ਬੰਦੇ ਨੇ, ਇਹਨਾਂ ਦੇ ਸਰਕਾਰ ਨਾਲ ਪੂਰੇ ਸੰਬੰਧ ਨੇ। ਇਹ ਕਈ ਦੇਸ਼ਾਂ ਦੇ ਅੰਬੈਸਡਰ ਵੀ ਨੇ, ਮੈਨੂੰ ਪਤਾ ਨਹੀਂ ਕਿ ਉਹਨਾਂ ਦੇ ਨਾਮ ਵੀ ਨਹੀਂ ਮੈਂ ਦੇਸ਼ਾਂ ਦੀ ਜਾਣਦਾ, ਪਰ ਇਹ ਕਹਿੰਦੇ ਹੁੰਦੇ ਆ। ਤੇ ਕਦੀ ਆਪਣੇ ਨਾਮ ਦੇ ਨਾਲ ਪ੍ਰੋਫੈਸਰ ਲਾਉਂਦੇ ਆ, ਕਦੀ ਡਾਕਟਰ ਲਾਉਂਦੇ ਆ, ਤੇ
SP ਉਬਰਾਏ ਸਾਹਿਬ ਦੇ ਨੂੰ ਸਿੱਧੇ ਮੇਰੇ ਕੁਝ ਸਵਾਲ ਨੇ ਜਿਹੜੇ ਮੈਂ ਕਹਿੰਦਾ ਕਿ ਪੰਜਾਬ ਦਾ ਮੀਡੀਆ ਖਾਸ ਕਰਕੇ ਜੇ ਉਹਨਾਂ ਨੂੰ SP ਉਬਰਾਏ ਸਾਹਿਬ ਮਿਲਣ, ਜਿਹੜੇ ਮੈਂ ਸਵਾਲ ਪੁੱਛਣੇ ਆ, ਕਿਉਂਕਿ ਲੋਕ ਭਲਾਈ ਦੇ ਕੰਮ ਕਰਨੇ, ਕਿਸੇ ਦੇ ਧੀ ਪੁੱਤ ਨੂੰ ਬਾਹਰੋਂ ਫਸੇ ਹੋਏ ਨੂੰ ਆਪਣੇ ਪੈਸੇ ਖਰਚ ਕਰਕੇ ਇੰਡੀਆ ਦੇ ਵਿੱਚ ਲਿਆ ਕੇ ਉਹਨੂੰ ਘਰੇ ਵਾੜਨਾ ਇਹ ਬਹੁਤ ਵੱਡੀ ਗੱਲ ਹੈ ਤੇ ਬਹੁਤ ਕਰਨੀ ਵੀ ਚਾਹੀਦੀ ਹੈ। ਤੇ ਪਰ ਇਹਦੀ ਬੈਕਗ੍ਰਾਉਂਡ ਦੇ ਵਿੱਚ SP ਉਬਰਾਏ ਸਾਹਿਬ ਕਿੰਨੇ ਟਰਸਟ ਚਲਾਉਂਦੇ ਨੇ, ਕੀ ਕਰਦੇ ਨੇ, ਦੁਬਈ ਦੇ ਵਿੱਚ ਇਹਨਾਂ ਦੇ ਕੀ ਕੰਮ ਨੇ, ਕਿਹੜੇ ਬੰਦਿਆਂ ਨਾਲ ਇਹਨਾਂ ਦੇ ਸੰਬੰਧ ਨੇ, ਪਾਕਿਸਤਾਨ ਨੇ ਕੀ ਕਰਨ ਵਾਸਤੇ ਜਾਂਦੇ ਨੇ, ਪੁਰਾਣੀ ਸਰਕਾਰ ਨਾਲ ਯਾਨੀ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਨਾਲ ਕਿਵੇਂ ਸੰਬੰਧ ਸੀ ਇਹਨਾਂ ਦੇ, ਅਕਾਲੀ ਸਰਕਾਰ ਨਾਲ, ਅੱਜ ਕੱਲ ਦੀ ਕਾਂਗਰਸ ਸਰਕਾਰ ਨਾਲ ਕੀ ਸੰਬੰਧ ਨੇ, ਇਹ ਸਵਾਲ ਕਿਸੇ ਵੀ ਮੀਡੀਆ ਹਾਊਸਿਸ ਨੇ ਜਾਂ ਪੱਤਰਕਾਰ ਨੇ ਇਹਨਾਂ ਨੂੰ ਪੁੱਛੇ ਨਹੀਂ, ਸਿਰਫ ਤੇ ਸਿਰਫ ਸਿਫਤ ਕਰੀ ਹੈ। ਇਹਨਾਂ ਦੇ ਨਾਲ ਨਾ ਮੇਰਾ ਵਪਾਰ ਸਾਂਝਾ, ਨਾ ਮੈਂ ਕਦੇ ਇਹਨਾਂ ਨਾਲ ਬੈਠ ਕੇ ਚਾਹ ਪੀਤੀ, ਨਾ ਮੇਰੀ ਇਹਨਾਂ ਦੇ ਨਾਲ ਫੋਨ ਤੇ ਕਦੇ ਗੱਲਬਾਤ ਹੋਈ, ਪਰ ਜਿਹੜੇ ਮੈਂ ਤੁਹਾਨੂੰ ਸਵਾਲ ਪੁੱਛ ਰਿਹਾ ਇਹ ਤੱਥਾਂ ਦੇ ਆਧਾਰ ਤੇ ਨੇ। ਤੇ ਮੈਂ ਇੱਕ ਵੀਕ ਇਹਦੇ ਵਿੱਚ ਉਮੀਦ ਕਰੂੰਗਾ ਕਿ ਜਿਹੜਾ ਮੀਡੀਆ ਹਾਊਸਿਸ ਹੈ, ਖਾਸ ਕਰਕੇ ਪੰਜਾਬ ਦੇ ਮੀਡੀਆ ਜਿਹੜੇ ਛੋਟੀਆਂ ਮੱਛੀਆਂ ਨੂੰ ਦਿਨ 'ਚ 4-4 ਵਾਰੀ ਹਾਈਲਾਈਟ ਕਰਦੇ ਆ ਕਿ ਇਸ ਬੰਦੇ ਨੂੰ, ਜੇ ਤੁਹਾਡੇ 'ਚ ਦਮ ਹੈਗਾ, ਮੀਡੀਆ ਹਾਊਸਿਸ ਦੇ ਵਿੱਚ ਸਪੋਕਸਮੈਨ ਵਾਲਿਆਂ 'ਚ, ਡੇਲੀ ਪੋਸਟ ਪੰਜਾਬੀ ਵਾਲਿਆਂ 'ਚ, ਜਾਂ ਜਿੰਨੇ ਹੋਰ ਵੀ ਮੀਡੀਆ ਹਾਊਸਿਸ ਨੇ ਜਿਹੜੇ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਨੇ, ਤੇ ਉਹ ਮੇਰੇ ਇਹ ਪੁੱਛੇ ਹੋਏ ਸਵਾਲ ਇਹਨਾਂ ਨੂੰ ਰਿਪੀਟ ਕਰਕੇ ਪੁੱਛਣ। ਤੇ ਮੈਂ ਉਮੀਦ ਕਰਦਾ ਕਿ SP ਉਬਰਾਏ ਸਾਹਿਬ ਜੇ ਇਮਾਨਦਾਰ ਨੇ ਤਾਂ ਇਹ ਇਹਨਾਂ ਗੱਲਾਂ ਦੇ ਜਵਾਬ ਜ਼ਰੂਰ ਦੇਣਗੇ, ਕਿਉਂਕਿ ਜਦੋਂ ਲੋਕ ਭਲਾਈ ਦਾ ਕੰਮ ਹੁੰਦਾ ਨਾ ਜੀ, ਉਹ ਜਨਤਕ ਕੰਮ ਹੁੰਦਾ, ਤੇ ਉਹ ਜਨਤਕ ਕੰਮ ਦੇ ਵਿੱਚ ਜਦੋਂ ਜਨਤਾ ਨੂੰ ਸਾਰਾ ਕੁਝ ਦਿਖਾਇਆ ਜਾਂਦਾ ਸਾਹਮਣੇ, ਫਿਰ ਜੇ ਕਿਸੇ ਦੇ ਮਨ ਦੇ ਵਿੱਚ ਕੋਈ ਸਵਾਲ ਹੋਣ ਤਾਂ ਮੈਂ ਚਾਹੁੰਦਾ ਹਾਂ ਕਿ ਉਹਨਾਂ ਦੇ ਜਵਾਬ ਵੀ ਦਿੱਤੇ ਜਾਣ। ਤੇ ਇਹਦੇ ਵਿੱਚ ਲਓ ਜੀ, ਮੈਂ ਪਹਿਲਾਂ ਤਾਂ ਤੁਹਾਨੂੰ ਸਵਾਲ ਹੀ ਕਰ ਦਿੰਦਾ। ਇਹਦੇ ਡਾਕੂਮੈਂਟ ਪ੍ਰੂਫ ਮੇਰੇ ਕੋਲੇ ਸਾਰੇ ਹੈਗੇ ਆ ਜਿਹੜੇ ਮੈਂ ਦੱਸਣ ਲੱਗਿਆ। ਤੇ ਇਹ ਦੁਬਈ ਦੀ ਇੱਕ ਕੰਪਨੀ ਹੈ ਜੀ, ਜਿੱਥੋਂ ਜਿਹੜੇ ਇਹਨਾਂ ਦੇ ਅਕਾਊਂਟੈਂਟ ਨੇ ਉਹਨਾਂ ਤੋਂ ਮੈਂ ਆਪਣੇ ਸੋਰਸਿਸ ਦੇ ਥਰੂ ਕਢਵਾ ਕੇ ਸਾਰੇ ਲੈ ਕੇ ਆਇਆ। ਇਹਦੇ ਵਿੱਚ ਮੈਂ ਕੋਸ਼ਿਸ਼ ਕਰੂੰਗਾ ਕਿ ਆਪਾਂ ਪਹਿਲਾ ਜਿਹੜਾ ਸਵਾਲ ਹੈ ਉਹ ਇਹਦੇ ਵਿੱਚ ਮੈਂ ਪਾ ਵੀ ਦਵਾਂ, ਮੈਸੇਜ ਦੇ ਵਿੱਚ ਪਾ ਦਵਾਂ, ਜਿੱਥੇ 4 ਬੰਦੇ ਨੇ ਜਿਹੜਾ ਇਹਨਾਂ ਦਾ ਉਬਰਾਏ ਪ੍ਰੋਪਰਟੀਜ਼ ਇਨਵੈਸਟਮੈਂਟ ਲਿਮਟਿਡ ਹੈ, ਜਿਹੜੀ ਰਜਿਸਟਰਡ ਹੈ ਦੁਬਈ ਦੇ ਵਿੱਚ। ਤੇ ਮੈਂ ਕੋਸ਼ਿਸ਼ ਕਰਦਾ ਕਿ ਮੈਸੇਜ ਦੇ ਵਿੱਚ ਮੈਂ ਇਹਦਾ ਪ੍ਰੂਫ ਵੀ ਪਾ ਦਵਾਂ। ਇਹ ਆ ਲਓ ਜੀ, ਸ਼ਾਇਦ ਇਹ ਪੈ ਗਿਆ ਮੈਸੇਜ ਦੇ ਵਿੱਚ। ਹਾਂਜੀ ਜੀ, ਇਹਦੇ ਵਿੱਚ ਹੈਗਾ ਜੀ, ਇਹ ਲਓ ਜੀ, ਡਾਇਰੈਕਟਰ ਐਂਡ देयर ਇੰਟਰਸਟਸ। ਠੀਕ ਹੈ ਜੀ, ਪਹਿਲਾਂ ਤਾਂ ਹੁਣ ਇਹ ਚੀਜ਼ ਤੁਸੀਂ ਪਲੀਜ਼ ਕਿਰਪਾ ਕਰਕੇ ਬੜੇ ਧਿਆਨ ਦੇ ਨਾਲ ਸੁਣਨਾ ਹੈ ਨਾ। ਤੇ ਇਹਦੇ ਵਿੱਚ 4 ਡਾਇਰੈਕਟਰ ਨੇ ਜੀ ਜਿਹੜੇ ਸ਼ੇਅਰ ਹੋਲਡਰ ਨੇ ਉਬਰਾਏ ਪ੍ਰਾਪਰਟੀ ਇਨਵੈਸਟਮੈਂਟ ਲਿਮਟਿਡ ਜਿਹੜੀ ਦੁਬਈ ਦੇ ਵਿੱਚ ਹੈ। ਤੇ ਉਹਦੇ ਵਿੱਚ the company has made the profit of AED ਯਾਨੀ ਕਿ ਅਰਬ ਅਮਰਾਤ ਜਿਹੜੇ ਦਿਨਾਰ ਨੇ 6,87,300 ਫॉर द ईयर ਹੈ ਨਾ। ਤੇ ਉਹ ਇਹਨਾਂ ਨੇ ਸ਼ੋਅ ਕੀਤਾ। ਤੇ ਉਹਦੇ ਵਿੱਚ ਉਸ ਕੰਪਨੀ ਦੀ ਸਭ ਤੋਂ ਵੱਡੀ ਜਿਹੜਾ ਸਵਾਲ ਹੈ ਮੈਂ SP ਉਬਰਾਏ ਸਾਹਿਬ ਨੂੰ ਪੁੱਛਣਾ ਚਾਹੂੰਗਾ ਕਿ ਤੁਸੀਂ 4 ਸ਼ੇਅਰ ਹੋਲਡਰ ਹੋ ਤੇ ਤੁਹਾਡਾ ਬਰਾਬਰ ਦਾ ਹਿੱਸਾ ਹੈ। ਇਹਦੇ ਵਿੱਚ ਮਿਸਟਰ ਸੁਰਿੰਦਰਪਾਲ ਸਿੰਘ ਉਬਰਾਏ ਯਾਨੀ ਕਿ SP ਉਬਰਾਏ ਸਾਹਿਬ ਤੁਹਾਡਾ ਸ਼ੇਅਰ ਹੈ। ਮਿਸਿਸ ਮਨਿੰਦਰ ਕੌਰ ਇਹਨਾਂ ਦੀ ਵਾਈਫ ਹੈ, ਇਹਨਾਂ ਦਾ ਸ਼ੇਅਰ ਹੈ। ਮਿਸਿਸ ਊਸ਼ਾ ਸੁਨੀਲ ਅਭਿਚੰਦਨੀ ਇਹਨਾਂ ਦਾ ਸ਼ੇਅਰ ਹੈ। ਮਿਸਟਰ ਆਕਾਸ਼ ਸੁਨੀਲ ਅਭਿਚੰਦਾਨੀ ਇਹਨਾਂ ਦਾ ਸ਼ੇਅਰ ਹੈ। ਹੁਣ 4 ਬੰਦੇ ਇਹਦੇ ਵਿੱਚ ਚੰਗੀ ਤਰ੍ਹਾਂ ਤੁਸੀਂ ਸੁਣ ਲਏ। ਜਿਹੜਾ ਮੈਂ ਲਾਸਟ ਦੇ ਵਿੱਚ ਨਾਮ ਲਿਆ, ਤੁਸੀਂ ਜੇ ਮੇਰੀ ਕਹੀ ਹੋਈ ਗੱਲ ਤੇ ਨਹੀਂ ਤੁਹਾਨੂੰ ਯਕੀਨ ਤਾਂ ਤੁਸੀਂ, ਕਿਉਂਕਿ ਜਦੋਂ ਕ੍ਰਿਕਟ ਦੇ ਵਿੱਚ ਘਪਲੇ ਦਾ ਕੇਸ ਹੋਇਆ ਸੀ, ਸੱਟੇਬਾਜ਼ੀ ਦਾ ਕੇਸ ਹੋਇਆ ਸੀ, ਉਹਦੇ ਵਿੱਚ ਫਿਰ ਇਹ ਭੱਜ ਕੇ ਇਹ ਦੁਬਈ ਆ ਗਏ ਸੀ, ਕਿਉਂਕਿ ਵੱਡੇ ਬੰਦੇ ਆ, ਇੱਕ ਦੂਜੇ ਨੂੰ ਹੱਥ ਦੇ ਕੇ ਰੱਖ ਲੈਂਦੇ ਆ। ਇਹਨਾਂ ਦਾ ਨਾਮ ਦੁਬਾਰਾ ਫਿਰ ਮੈਂ ਰਿਪੀਟ ਕਰ ਦਿੰਦਾ, ਮਿਸਟਰ ਆਕਾਸ਼ ਸੁਨੀਲ ਅਭਿਚੰਦਾਨੀ। ਤੇ ਮੈਂ SP ਉਬਰਾਏ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਇਹ ਤੁਹਾਨੂੰ ਇਹਨਾਂ ਦਾ ਪਤਾ ਨਹੀਂ ਇਹ ਕੌਣ ਨੇ ਜਿਹੜੇ ਤੁਹਾਡੇ ਸ਼ੇਅਰ ਹੋਲਡਰ ਨੇ ਦੁਬਈ ਦੇ ਵਿੱਚ? ਤੁਹਾਡੀ ਕੀ ਐਸੀ ਮਜਬੂਰੀ ਸੀ ਕਿ ਤੁਹਾਨੂੰ ਅਭਿਚੰਦਾਨੀ ਤੇ ਉਹਨਾਂ ਦੀ ਵਾਈਫ ਨੂੰ ਉਬਰਾਏ ਪ੍ਰਾਪਰਟੀ ਇਨਵੈਸਟਮੈਂਟ ਲਿਮਟਿਡ ਦਾ ਹਿੱਸਾ ਬਣਾਉਣਾ ਪਿਆ? ਇਹ ਪਲੀਜ਼
ਤੁਸੀਂ ਇਹਨੂੰ ਕਲੀਅਰ ਕਰ ਲਓ, ਕਿਉਂਕਿ ਇਹ ਇੰਡੀਆ ਦੀ ਸਿਕਿਉਰਿਟੀ ਦਾ ਇੱਕ ਬਹੁਤ ਵੱਡਾ ਮੁੱਦਾ ਕਿ ਜਿਹੜਾ ਬੰਦਾ ਐਡਾ ਵੱਡਾ ਅਪਰਾਧੀ ਹੈ ਤੇ ਜਿਸ ਬੰਦੇ ਨੂੰ ਤੁਸੀਂ ਟਰਸਟ ਦੇ ਵਿੱਚ ਸ਼ਾਮਲ ਕਰ ਰਹੇ ਹੋ ਜਾਂ ਆਪਣੀ ਕੰਪਨੀ ਦੇ ਵਿੱਚ ਸ਼ਾਮਲ ਕਰ ਰਹੇ ਹੋ, ਕੀ ਤੁਹਾਨੂੰ ਉਹਦਾ ਪਤਾ ਨਹੀਂ? ਮੈਂ ਨਹੀਂ ਲੱਗਦਾ। ਜਿਹੜਾ ਵਪਾਰੀ ਬੰਦਾ ਜਿਹੜਾ ਇੰਡੀਆ ਦੇ ਵਿੱਚੋਂ ਗਿਆ ਤੇ ਇੰਡੀਆ ਦੇ ਵਿੱਚੋਂ ਤੁਸੀਂ ਦੁਬਈ ਨੂੰ ਜਦੋਂ ਗਏ ਹੋ ਤਾਂ ਉਦੋਂ ਜਦੋਂ ਬੱਬਰ ਖਾਲਸਾ ਇੰਟਰਨੈਸ਼ਨਲ ਸੁਖਦੇਵ ਸਿੰਘ ਬੱਬਰ ਜੀ ਉਹਨੇ ਫੜੇ ਜਾਂਦੇ ਆ, ਉਦੋਂ ਬਾਅਦ ਇਮੀਡੀਏਟਲੀ ਤੁਸੀਂ ਚਲੇ ਜਾਂਦੇ ਹੋ। ਇਹ ਉਦੋਂ ਹੀ ਘਟਨਾ ਕਿਉਂ ਵਾਪਰਦੀ ਹੈ? ਉਦੋਂ ਬਾਅਦ ਫਿਰ ਕਈ ਸਾਲਾਂ ਬਾਅਦ ਤੁਸੀਂ ਚੈਰਿਟੀ, ਲੋਕ ਭਲਾਈ ਦੇ ਕੰਮਾਂ 'ਚ, ਟਰਸਟਾਂ 'ਚ ਬਹੁਤ ਸਰਗਰਮ ਹੋ ਜਾਂਦੇ ਹੋ। ਇੱਕ ਤਾਂ ਮੈਨੂੰ ਪਹਿਲਾ ਸਵਾਲ ਤਾਂ ਇਹੀ ਹੈ ਕਿ ਇੱਕ ਮੈਨੂੰ ਇਹਦਾ ਜਵਾਬ ਜ਼ਰੂਰ ਦੇਣਾ ਜਦੋਂ ਵੀ ਤੁਹਾਡੇ ਕੋਲ ਮੀਡੀਆ ਪਹੁੰਚਦਾ ਕਿ ਆਕਾਸ਼ ਸੁਨੀਲ ਅਭੀ ਚੰਦਾਨੀ ਇਹ ਤੁਸੀਂ ਆਪਣੀ ਓਬਰਾਏ ਪ੍ਰਾਪਰਟੀ ਇਨਵੈਸਟਮੈਂਟ ਲਿਮਟਿਡ ਦਾ ਹਿੱਸਾ ਕਿਉਂ ਬਣਾਇਆ ਹੋਇਆ? ਇਹਨਾਂ ਨੂੰ ਤੇ ਇਹਨਾਂ ਦੀ ਵਾਈਫ ਨੂੰ ਤੁਹਾਡੇ ਇਹਦੇ ਨਾਲ ਕੀ ਸੰਬੰਧ ਨੇ ਤੇ ਕੀ ਇਹਨਾਂ ਤੋਂ ਬਿਨਾਂ ਤੁਹਾਡੀ ਕੰਪਨੀ ਸਰਵਾਈਵ ਨਹੀਂ ਸੀ ਕਰ ਸਕਦੀ? ਨੰਬਰ 1। ਨੰਬਰ 2, ਜਿਹੜੇ ਤੁਹਾਡੇ ਟਰਸਟ ਨੇ ਇਹ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਇੱਕੋ ਨਾਮ ਤੇ ਨੇ ਜਾਂ ਹਰੇਕ ਦੇਸ਼ ਦੇ ਵਿੱਚ ਇਹਨਾਂ ਦਾ ਨਾਮ ਅਲੱਗ-ਅਲੱਗ ਰੱਖਿਆ ਹੋਇਆ? ਇਹ ਜ਼ਰੂਰ ਤੁਸੀਂ ਮੈਨੂੰ ਦੇਣਾ। ਜਿਹੜਾ ਤੁਸੀਂ ਲੱਖਾਂ ਤੇ ਕਰੋੜਾਂ ਰੁਪਇਆ ਦਾਨ ਵੀ ਕਰਦੇ ਹੋ, ਇਹ ਇੱਕ ਕਿਸ਼ਤ 'ਚ ਆਉਣ ਵਾਲਾ ਨਹੀਂ ਕੰਮ, ਇਹਦੀਆਂ ਬਾਕੀ ਕਿਸ਼ਤਾਂ ਅਗਲੇ ਹਫਤੇ ਮੈਂ ਫਿਰ ਰਿਲੀਜ਼ ਕਰੂੰਗਾ, ਕਈ ਐਪੀਸੋਡ ਇਹਦੇ ਚੱਲਣੇ ਆ। ਲੱਖਾਂ ਤੇ ਕਰੋੜਾਂ ਦਾ ਜਿਹੜਾ ਦਾਨ ਹੁੰਦਾ, ਕਦੇ ਚੀਫ ਖਾਲਸਾ ਦੀਵਾਨ ਨੂੰ ਹੁੰਦਾ, ਚੀਫ ਮੇਰਾ ਖਿਆਲ ਹੈ ਖਾਲਸਾ ਦੀਵਾਨ ਹੀ ਹੈ, ਜਿਨ੍ਹਾਂ ਦੇ ਇੱਕ ਬੰਦੇ ਸੀ ਜਿਹੜੇ ਉਹ ਕਾਫੀ ਦੇਰ ਤੋਂ ਤੁਸੀਂ ਜਾਣਦੇ ਹੋ ਕਈ ਸਾਲ ਪਹਿਲਾਂ ਉਹਨਾਂ ਦੇ ਨਾਲ ਇੱਕ ਜਨਾਨੀ ਦੀ ਛੇੜਖਾਨੀ ਦੇ ਵਿੱਚ, ਜਨਾਨੀ ਦੀ ਕੰਪਲੇਨ ਦੇ ਉੱਤੇ ਇਹ ਬਜ਼ੁਰਗ ਬੰਦੇ ਸੀਗੇ ਚੀਫ ਖਾਲਸਾ ਦੀਵਾਨ ਦੇ ਸਰਪ੍ਰਸਤ, ਤੇ ਬਾਅਦ 'ਚ ਉਹਨਾਂ ਦੇ ਮੁੰਡੇ ਨੇ ਬਹੁਤ ਬੇਇੱਜ਼ਤੀ ਮਹਿਸੂਸ ਕੀਤੀ ਸੀ ਤੇ ਉਹਨਾਂ ਨੇ ਵੀ ਉਹਨਾਂ ਦੀ ਸ਼ਰਾਬ ਦੀ ਫੈਕਟਰੀ ਵੀ ਫੜੀ ਗਈ ਸੀ ਬਿਆਸ ਦੇ ਵਿੱਚ, ਜਿਹਨੂੰ 5 ਕਰੋੜ ਰੁਪਈਆ ਫਾਈਨ ਹੋਇਆ ਸੀ ਕਿ ਉਹਨਾਂ ਨੇ ਜਿਹੜਾ ਸ਼ਰਾਬ ਦੀ ਫੈਕਟਰੀ ਦਾ ਗੰਦਾ ਪਾਣੀ ਸੁੱਟਿਆ ਤੇ ਜਿਹਦੇ 'ਚ ਜਿਹੜੇ ਦਰਿਆ ਦੇ ਵਿੱਚ ਜਾਨਵਰ ਸੀ, ਮੱਛੀਆਂ, ਉਹਨਾਂ ਦਾ ਬਹੁਤ ਘਾਣ ਹੋਇਆ ਸੀ। ਸ਼ਾਇਦ ਤੁਹਾਨੂੰ ਯਾਦ ਆ ਗਿਆ ਹੋਊਗਾ, ਚੀਫ ਖਾਲਸਾ ਦੀਵਾਨ ਵਾਲਾ ਕੇਸ ਬਹੁਤ ਵੱਡਾ ਹੋਇਆ ਸੀ। ਤੇ ਉਹ ਟਰਸਟ ਹੈ ਜਿਹੜਾ ਇੱਕ ਬਹੁਤ ਵੱਡਾ ਸਕੂਲ ਵੀ ਚਲਾਉਂਦਾ, ਕਾਲਜ ਵੀ ਚਲਾਉਂਦਾ, ਤੇ ਉਹਦੇ ਵਿੱਚ ਇਹ ਉਬਰਾਏ ਸਾਹਿਬ ਲੇਡੀਜ਼ ਟੀਚਰ ਦੀ ਤਨਖਾਹ ਦਿੰਦੇ ਸੀ। ਤੁਸੀਂ ਲੇਡੀਜ਼ ਟੀਚਰ ਦੀ ਤਨਖਾਹ ਕਿਉਂ ਦਿੰਦੇ ਸੀ ਤੇ ਜਿਹੜੀ ਤਨਖਾਹ ਦਿੱਤੀ ਜਾਂਦੀ ਸੀ ਉਹਦੇ ਬਦਲੇ ਦੇ ਵਿੱਚ ਤੁਹਾਡਾ ਕਾਰੋਬਾਰ ਕੀ ਸੀ, ਕਮਿਟਮੈਂਟ ਕੀ ਸੀ? ਲੇਡੀਜ਼ ਨੂੰ ਤੁਹਾਡੇ ਕੋਲ ਪੇਸ਼ ਕੀਤਾ ਜਾਂਦਾ ਸੀ ਜਾਂ ਫਿਰ ਹੋਰ ਕੋਈ ਕਾਰੋਬਾਰ ਸੀ? ਇਹਦਾ ਵੀ ਜਵਾਬ ਦੇ ਦੇਣਾ। ਟਰਸਟ ਦੇ ਤੁਹਾਡੇ ਦੇ ਮੈਂਬਰ ਕੌਣ-ਕੌਣ ਨੇ ਜੀ? ਇੱਕ ਬਹੁਤ ਹੀ ਭ੍ਰਿਸ਼ਟ ਅਫਸਰ ਜਿਹੜੇ ਹੋਏ ਨੇ ਪਟਿਆਲੇ ਦੇ ਵਿੱਚ, ਇੰਸਪੈਕਟਰ ਰਿਟਾਇਰ ਹੋਏ ਨੇ ਪੰਜਾਬ ਪੁਲਿਸ ਦੇ ਵਿੱਚ, ਜੱਸਾ ਸਿੰਘ ਉਹਨਾਂ ਦਾ ਨਾਮ ਹੈ, ਤੇ ਉਹਨਾਂ ਦਾ ਤੁਹਾਡੇ ਟਰਸਟ ਦੇ ਨਾਲ ਕੀ ਸੰਬੰਧ ਹੈ? ਇਹ ਮੇਰਾ ਤੀਜਾ ਸਵਾਲ ਹੈ। ਜਿਹੜੇ ਭਾਰਤ ਦੇ ਵਿੱਚ ਤੁਹਾਡੇ ਟਰਸਟ ਦਾ ਨਾਮ ਰਜਿਸਟਰਡ ਹੈ ਤੇ ਦੁਬਈ ਦੇ ਵਿੱਚ ਹੈ, ਕੀ ਉਹ ਇੱਕੋ ਹੀ ਨਾਮ ਹੈ ਉਬਰਾਏ ਸਾਹਿਬ ਜਾਂ ਫਿਰ ਦੋ ਨਾਮ ਨੇ? ਇਹ ਮੇਰਾ ਚੌਥਾ ਸਵਾਲ ਹੈ ਜੀ। ਬੱਬਰ ਖਾਲਸਾ ਦੇ ਸੁਖਦੇਵ ਸਿੰਘ ਬੱਬਰ ਜਦੋਂ ਵਾਈਟ ਹਾਊਸ ਦੇ ਵਿੱਚੋਂ ਅਰਬਨ ਸਟੇਟ ਤੋਂ ਫੜੇ ਗਏ ਸੀ, ਬਾਅਦ ਦੇ ਵਿੱਚ KPS ਗਿੱਲ ਨੇ ਉਹਨਾਂ ਦਾ ਪੁਲਿਸ ਮੁਕਾਬਲਾ ਦਿਖਾਇਆ ਸੀ, ਕਿਉਂਕਿ ਉਹ ਜਦੋਂ ਫੜ ਕੇ ਜਾ ਰਹੇ ਸੀ ਚੰਡੀਗੜ੍ਹ ਨੂੰ, ਉਹਨਾਂ ਨੂੰ ਲੈ ਕੇ ਜਾ ਰਹੇ ਸੀ ਤੇ ਉਹਨਾਂ ਦੇ ਕਾਲਰ ਦੇ ਵਿੱਚ ਸਾਈਨਾਈਡ ਸੀ, ਜਿਹਦੇ 'ਚ ਪੁਲਿਸ ਦੀ ਟੀਮ ਨੂੰ ਪਤਾ ਨਹੀਂ ਸੀ ਤੇ ਉਹਨਾਂ ਨੇ ਸਾਈਨਾਈਡ ਖਾ ਲਿਆ ਸੀ, ਉਹਨਾਂ ਦੀ ਡੈਥ ਹੋ ਗਈ ਸੀ। ਬਾਅਦ 'ਚ ਉਹਦਾ ਮੁਕਾਬਲਾ ਦਿਖਾ ਦਿੱਤਾ ਗਿਆ ਸੀ। ਤੇ ਉਹਨਾਂ ਦੇ ਨਾਲ ਤੁਹਾਡੇ ਬਿਜ਼ਨਸ ਦੇ ਜਾਂ ਪੈਸੇ ਦੇ ਲੈਣ ਦੇਣ ਦੇ ਕੀ ਸੰਬੰਧ ਨੇ ਜਾਂ ਕੀ ਸੰਬੰਧ ਸੀਗੇ? ਇਹ ਪਲੀਜ਼ ਜ਼ਰੂਰ ਡਿਸਕਲੋਜ਼ ਕਰਨਾ। ਪਟਿਆਲੇ ਦੇ ਵਿੱਚ ਅਰਬਨ ਸਟੇਟ ਦੇ ਵਿੱਚ ਇੱਕ ਗੂੰਗੇ ਤੇ ਬੋਲੇ ਬੱਚਿਆਂ ਦਾ ਸਕੂਲ ਹੈ, ਸੈਫਦੀਪੁਰ ਪਿੰਡ ਦੇ ਵਿੱਚ, ਯੂਨੀਵਰਸਿਟੀ ਦੀ ਬੈਕ ਦੇ ਵਿੱਚ ਹੀ ਹੈ। ਤੇ ਉੱਥੇ ਜਾ ਕੇ ਤੁਸੀਂ ਇਹ ਕਿਹਾ ਕਿ ਮੈਂ ਤੁਹਾਨੂੰ ਬਹੁਤ ਵੱਡੀ ਬਿਲਡਿੰਗ ਤਿਆਰ ਕਰਾ ਕੇ ਦਿੰਨਾ ਤੇ ਤੁਸੀਂ ਇਹ ਟਰਸਟ ਦੇ ਮੇਰੇ ਦੇ ਨਾਮ ਜ਼ਮੀਨ ਲਵਾ ਦਿਓ। ਜ਼ਮੀਨ ਤੁਹਾਡੇ ਟਰਸਟ ਤੇ ਕਰ ਦਿੱਤੀ ਗਈ, ਪਰ ਉਹ ਬੰਦੇ ਤਕੜੇ ਸੀ, ਕਰਨਲ ਸਾਹਿਬ, ਜਿਹੜੇ ਬ੍ਰਿਟਿਸ਼ ਕੋਐਡ ਸਕੂਲ ਵੀ ਚਲਾਉਂਦੇ ਆ ਫੁਆਰੇ ਚੌਂਕ ਤੇ ਪਟਿਆਲੇ, ਤੇ ਉਹ ਕਰਨਲ ਸਾਹਿਬ ਨੇ
ਤੁਹਾਡਾ ਬਹੁਤ ਸਤਿਕਾਰ ਕੀਤਾ। ਉਹਨਾਂ ਨੇ ਆਪਣੀ ਜ਼ਮੀਨ ਸੀ ਜਿਹੜੀ ਸਾਰੀ ਇਹ ਤੁਹਾਡੇ ਨਾਮ ਲਵਾ ਦਿੱਤੀ, ਟਰਸਟ ਦੇ ਨਾਮ ਲਵਾਤੀ, ਪਰ ਤੁਸੀਂ ਬਿਲਡਿੰਗ ਵਾਲੇ ਪਾਸੇ ਗਏ ਹੀ ਨਹੀਂ। ਉਹਨਾਂ ਨੂੰ ਹਰਾਸ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੇ ਡੰਡੇ ਦੇ ਜ਼ੋਰ ਨਾਲ ਤੁਹਾਡੇ ਤੋਂ ਵਾਪਸ ਉਹ ਜ਼ਮੀਨ ਲੈ ਲਈ। ਕਿਸੇ ਤਰੀਕੇ ਦੇ ਨਾਲ ਮਤਲਬ ਤੁਸੀਂ ਉਹ ਜ਼ਮੀਨ ਹਥਿਆਉਣ ਦੇ ਵਿੱਚ ਸਫਲ ਹੋ ਗਏ। ਇਹ ਤੁਸੀਂ ਕਿਉਂ ਕੀਤਾ ਸੀ? ਛੱਡੋ, ਉਹ ਵੀ ਗੂੰਗੇ ਬੋਲੇ ਬੱਚਿਆਂ ਦੇ ਨਾਲ, ਜਿਨ੍ਹਾਂ ਦਾ ਸਕੂਲ ਹੁਣ ਬਹੁਤ ਵਧੀਆ ਤਰੀਕੇ ਨਾਲ ਉੱਥੇ ਚੱਲੀ ਜਾਂਦਾ, ਡੋਨੇਸ਼ਨ ਤੇ ਚੱਲਦਾ। ਪਟਿਆਲਾ ਸਰਹੰਦ ਸੜਕ ਤੇ ਇੱਕ ਪਿੰਡ ਪੈਂਦਾ ਜੀ ਫੱਗਣ ਮਾਜਰਾ। ਉੱਥੇ ਐਸਪੀ ਉਬਰਾਏ ਸਾਹਿਬ ਜਾਂਦੇ ਨੇ। ਉਹ ਜਿਹੜਾ ਪਿੰਡ ਹੈ ਉਸ ਰੋਡ ਦੇ ਉੱਤੇ, ਪਟਿਆਲਾ ਸਰਹੰਦ ਰੋਡ ਦੇ ਉੱਤੇ ਜ਼ਮੀਨ ਜਿਹੜੀ ਹੈ ਏਕੜ ਦੇ ਹਿਸਾਬ ਨਾਲ ਮਤਲਬ 2-2 ਕਰੋੜ ਤੋਂ ਉੱਤੇ ਕਿੱਲਾ ਜਿਹੜਾ ਉਹ ਵਿਕਦਾ ਹੈ ਉੱਥੇ, ਉਸ ਵੇਲੇ ਵਿਕਦਾ ਸੀ। ਜਦੋਂ ਤੁਸੀਂ 14 ਕਿੱਲੇ ਜ਼ਮੀਨ ਟਰਸਟ ਦੇ ਨਾਂ ਤੇ ਕਰਵਾ ਲਈ ਤੇ ਫੱਗਣ ਮਾਜਰੇ ਦੇ ਪਿੰਡ ਦੇ ਸਰਪੰਚ ਨੂੰ ਤੁਸੀਂ ਫੋਨ ਕਰਕੇ ਵੀ ਪੁੱਛ ਸਕਦੇ ਹੋ, ਤੇ ਉਹ ਪੰਚਾਇਤ ਨੇ ਇਹਨਾਂ ਤੇ ਕੇਸ ਕੀਤਾ ਤੇ ਹੁਣ ਇਹ ਕੇਸ ਉਹਨਾਂ 14 ਏਕੜ ਜ਼ਮੀਨ ਦਾ ਪਿੰਡ ਫੱਗਣ ਮਾਜਰੇ ਦਾ ਹਾਈ ਕੋਰਟ ਦੇ ਵਿੱਚ ਹੈ। ਮੈਂ ਇਹ ਹੈਰਾਨ ਹਾਂ ਕਿ ਮੀਡੀਆ ਜਦੋਂ ਕਿਸੇ ਦੀਆਂ ਸਿਫਤਾਂ ਕਰਨ ਲੱਗਦਾ ਤਾਂ ਉੱਥੇ ਸਿਫਤਾਂ ਦੇ ਪੁਲ ਬੰਨ ਦਿੰਦਾ, ਉਹਦੀ ਬੈਕਗਰਾਉਂਡ ਹਿਸਟਰੀ ਬਿਲਕੁਲ ਸਰਚ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਜਾਂ ਤਾਂ ਫਿਰ ਰੀਅਲ ਪੱਤਰਕਾਰ ਮੁੱਕ ਗਏ ਨੇ, ਜਾਂ ਫਿਰ ਉਹਨਾਂ ਦਾ ਕੋਈ ਇੰਟਰਸਟ ਨਹੀਂ, ਬਸ ਜਿਹੜਾ ਮੌਕੇ ਤੇ ਆਦੇ ਵਿਊਜ਼ ਦੀ ਗੇਮ ਹੁੰਦੀ ਹੈ ਲਪੇਟ ਕੇ ਰੱਖ ਦਿਓ, ਜਿਹੜਾ ਮੁਰਦਾ ਗਰਮ ਹੈ ਉਹਨੂੰ ਚੱਕ ਲਓ ਤੇ ਉਸ ਬੰਦੇ ਬਾਰੇ ਕੁਝ ਪਤਾ ਨਾ ਕਰੋ। ਠੀਕ ਹੈ ਜੀ। ਉਹ 14 ਏਕੜ ਜ਼ਮੀਨ ਦਾ ਜਿਹੜਾ ਮੁਕੱਦਮਾ ਫੱਗਣ ਮਾਜਰੇ ਪਿੰਡ ਦੀ ਪੰਚਾਇਤ ਨੇ ਕੀਤਾ ਹੋਇਆ, ਉਹ ਤੁਸੀਂ ਜੇ ਉਹਨਾਂ ਤੋਂ ਜ਼ਮੀਨ ਹਥਿਆਈ ਹੈ ਉਹਨਾਂ ਦੀ ਵਾਪਸ ਕਿਉਂ ਨਹੀਂ ਦਿੱਤੀ? ਉਹਨਾਂ ਨੂੰ ਮੁਕੱਦਮਾ ਕਿਉਂ ਕਰਨਾ ਪਿਆ? ਹਾਈ ਕੋਰਟ ਕਿਉਂ ਜਾਣਾ ਪਿਆ ਤੁਹਾਡੇ ਤੋਂ ਜ਼ਮੀਨ ਲੈਣ ਵਾਸਤੇ, ਤੇ ਜ਼ਮੀਨ ਤੁਸੀਂ ਹਜੇ ਵੀ ਨਹੀਂ ਦਿੱਤੀ? ਇਹ ਸਵਾਲ। ਹੁਣ ਆ ਗਈ ਗੱਲ ਚੱਡਾ ਸਾਹਿਬ, ਚੀਫ ਖਾਲਸਾ ਦੀਵਾਨ ਵਾਲੇ, ਜਿਨ੍ਹਾਂ ਤੇ ਜਨਾਨੀ ਦਾ ਕੇਸ ਹੋਊਗਾ। ਕਿੰਨੇ ਬੰਦਿਆਂ ਨੂੰ ਯਾਦ ਹੈ? ਕਾਫੀ ਬੰਦਿਆਂ ਨੂੰ ਯਾਦ ਹੋਊਗਾ ਕਿ ਨਹੀਂ? ਤੇ ਕਾਫੀ ਬੰਦਿਆਂ ਨੂੰ ਯਾਦ ਹੋਊਗਾ ਇਹ ਕੇਸ। ਤੇ ਫਿਰ ਬਾਅਦ ਦੇ ਵਿੱਚ ਇੰਨਾ ਰੌਲਾ ਪੈਣ ਦੇ ਬਾਵਜੂਦ ਜਦੋਂ ਉਸ ਜਨਾਨੀ ਨੇ ਸਾਰੇ ਇਲਜ਼ਾਮ ਜਿਹੜੇ ਲਾ ਦਿੱਤੇ ਤੇ ਉਹਦੇ ਘਰ ਵਾਲਾ ਵੀ ਸੀ, ਉਹਨੂੰ ਉਹ ਬਜ਼ੁਰਗ ਬੰਦੇ ਨੇ ਜਿਹੜਾ ਚੀਫ ਖਾਲਸਾ ਦੀਵਾਨ ਦਾ ਚੱਡਾ ਸਾਹਿਬ ਸੀ, ਉਹਨੇ ਕਰਦਾ ਉਹ ਸਾਰੀ ਚੀਜ਼ ਪੜਦੇ ਜਿਹੜੇ ਹੈ ਉਹ ਜਦੋਂ ਬਾਹਰ ਆ ਗਏ ਸਾਰੇ, ਤਾਂ ਉਦੋਂ ਬਾਅਦ ਫਿਰ ਉਹਨਾਂ ਦੇ ਬੇਟੇ ਨੇ ਬੇਇੱਜ਼ਤੀ ਮੰਨਦੇ ਹੋਏ, ਜਿਨ੍ਹਾਂ ਦੀ ਘਰ ਵਾਲੀ ਵੀ ਦੁਬਈ, ਜਿਨ੍ਹਾਂ ਦੀ ਨੂੰਹ ਚੱਡਾ ਸਾਹਿਬ ਦੇ ਬੇਟੇ ਜਿਹੜੇ ਸੁਸਾਈਡ ਕਰ ਗਏ, ਉਹਨਾਂ ਦੀ ਨੂੰਹ, ਉਹ 50 ਸਾਲ ਤੋਂ ਉੱਤੇ ਨੇ, ਉਹਨਾਂ ਦੀ ਜਿਹੜੀ ਨੂੰਹ ਸੀ ਉਹ ਦੁਬਈ, ਅਰੂਸਾ ਆਲਮ ਮੈਡਮ ਜਿਹੜੇ ਹੁਣ ਸੀਐਮ ਦੇ ਨਾਲ ਰਹਿੰਦੇ ਨੇ ਸਿਸਮਾ ਪੈਲੇਸ ਦੇ ਵਿੱਚ, ਉਹਨਾਂ ਦੇ ਨਾਲ ਉਹਦੀ ਬਹੁਤ ਵੱਡੀ ਸਾਂਝ ਸੀਗੀ, ਬਹੁਤ ਜ਼ਿਆਦਾ ਨੇੜੇ ਦੀ ਜਾਣ ਪਛਾਣ ਸੀ। ਜਦੋਂ ਇਹਨਾਂ ਦੀ ਜਿਹੜੀ ਸ਼ਰਾਬ ਦੀ ਫੈਕਟਰੀ ਦਾ ਪੂਰਾ ਗੰਦਾ ਪਾਣੀ ਬਿਆਸ ਦੇ ਵਿੱਚ ਡਿੱਗਿਆ ਤਾਂ ਉਹ ਬਹੁਤ ਸਾਰੇ ਪੱਤਰਕਾਰਾਂ ਨੂੰ ਉਸ ਗੱਲ ਦਾ ਪਤਾ ਹੋਊਗਾ ਜਿਹੜੀ ਮੈਂ ਹੁਣ ਦੱਸਣ ਜਾ ਰਿਹਾ। ਤੇ ਉਹਨਾਂ ਨੇ ਡਿੱਗਿਆ ਤਾਂ ਫਿਰ ਜਿਹੜਾ ਪੋਲਿਊਸ਼ਨ ਬੋਰਡ ਵਾਲਾ ਡਿਪਾਰਟਮੈਂਟ ਉੱਥੇ ਪਹੁੰਚਿਆ ਤੇ ਉਹਨਾਂ ਨੇ 5 ਕਰੋੜ ਦਾ ਚੱਡਾ ਫੈਮਿਲੀ ਨੂੰ ਉਸ ਸ਼ਰਾਬ ਦੀ ਫੈਕਟਰੀ ਦਾ ਗੰਦਾ ਪਾਣੀ ਸੁੱਟਣ ਵਾਸਤੇ 5 ਕਰੋੜ ਦਾ ਫਾਈਨ ਕਰ ਦਿੱਤਾ। ਤੇ ਫਿਰ ਜਿਹੜਾ ਬੰਦਾ ਸੁਸਾਈਡ ਕਰ ਗਿਆ, ਉਹਨਾਂ ਦੀ ਨੂੰਹ ਦੀ ਮੈਡਮ ਅਰੂਸਾ ਆਲਮ ਦੇ ਨਾਲ ਬਣਦੀ ਸੀ ਤੇ ਉਹ ਮੈਡਮ ਨੂੰ ਜਾ ਕੇ ਮਿਲੇ ਤੇ ਹਜੇ ਤੱਕ ਉਹ 5 ਕਰੋੜ ਰੁਪਈਆ ਰਫਾ ਦਫਾ ਕਰ ਦਿੱਤਾ, ਭਰ ਨਹੀਂ ਦਿੱਤਾ ਕਿਉਂਕਿ ਅਪਰੋਚ ਸੀ। ਉਸ ਚੀਫ ਖਾਲਸਾ ਦੀਵਾਨ ਦੇ ਨਾਲ ਤੁਹਾਡੇ ਕੀ ਸਬੰਧ ਸੀਗੇ? ਤੇ ਤੁਸੀਂ ਉਹਨਾਂ ਨੂੰ ਆਪਣੇ ਟਰਸਟ ਚੋਂ ਜਿੰਨੀਆਂ ਲੇਡੀਜ਼ ਟੀਚਰ ਉੱਥੇ ਪੜਾਉਂਦੀਆਂ ਸੀ ਉਹਨਾਂ ਨੂੰ ਤੁਸੀਂ ਤਨਖਾਹ ਦਿੰਦੇ ਸੀ। ਤਨਖਾਹ ਦੇ ਬਦਲੇ 'ਚ ਤੁਸੀਂ ਕੀ ਲੈਂਦੇ ਸੀ? ਆਪ ਲੈਂਦੇ ਸੀ ਜਾਂ ਫਿਰ ਉੱਥੇ ਜਿਹੜੀਆਂ ਲੇਡੀਜ਼ ਕੰਮ ਕਰਦੀਆਂ ਸੀ ਐਜ਼ ਏ ਟੀਚਰ ਉਹਨਾਂ ਨੂੰ ਕਿੱਥੇ ਕਿੱਥੇ ਪੇਸ਼ ਕੀਤਾ ਜਾਂਦਾ ਸੀ? ਐਸਪੀ ਉਬਰਾਏ ਸਾਹਿਬ ਇਮਾਨਦਾਰੀ ਦੇ ਨਾਲ ਇਹਨਾਂ ਗੱਲਾਂ ਦੇ ਜਵਾਬ ਦੇਣੇ। ਤੀਜਾ, ਤੁਸੀਂ ਆਪਣੇ ਨਾਮ ਦੇ ਨਾਲ ਕਿਤੇ ਪ੍ਰੋਫੈਸਰ ਯੂਜ਼ ਕਰਦੇ ਹੋ ਤੇ ਕਿਤੇ ਡਾਕਟਰ ਯੂਜ਼ ਕਰਦੇ ਹੋ। ਮੈਂ ਹੁਣ ਇਹ ਤਾਂ ਨਹੀਂ ਚਾਹੁੰਦਾ ਕਿ ਮੋਦੀ ਸਾਹਿਬ ਵਾਂਗੂ ਹਫ਼ਤੇ ਦੇ ਵਿੱਚ ਜਾਲੀ ਯੂਨੀਵਰਸਿਟੀਆਂ ਤੋਂ ਜਾਂ ਕਾਲਜਾਂ ਤੋਂ ਡਿਗਰੀਆਂ ਜਿਹੜੀਆਂ ਉਹਨਾਂ ਦੇ ਵਿੱਚ ਡੇਟ ਗਲਤ ਮਲਤ ਪਾ ਕੇ ਤੁਸੀਂ ਪੇਸ਼ ਕਰੋ। ਕਾਹਲੀ ਨਾ ਕਰਿਓ, ਹੌਲੀ ਹੌਲੀ ਆਪਣੇ ਕਾਲਜ ਜਾਂ ਯੂਨੀਵਰਸਿਟੀ ਦੀਆਂ ਜਿਹੜੀਆਂ ਡਿਗਰੀਆਂ ਜਿੱਥੋਂ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਜਾਂ PhD ਕੀਤੀ ਹੈ, ਕਿਉਂਕਿ ਜਿਹੜਾ ਡਾਕਟਰ ਨਾਮ ਲੱਗਦਾ ਉਹ 2 ਤਰੀਕੇ ਨਾਲ ਲੱਗਦਾ। ਇੱਕ ਤਾਂ ਜਿਹੜੇ PhD ਹੈ, ਲੋਕ PhD ਕਰਦੇ ਹੈ ਮਾਸਟਰ ਡਿਗਰੀ ਤੋਂ ਬਾਅਦ, ਉਹ ਆਪਣੇ ਨਾਮ ਦੇ ਮੂਹਰੇ ਡਾਕਟਰ ਲਾਉਂਦੇ ਆ।
ਇੱਕ ਜਦੋਂ ਮੈਡੀਸਿਨ ਦੀ ਡਿਗਰੀ ਕੀਤੀ ਹੁੰਦੀ ਹੈ MBBS ਜਾਂ ਉਹਦੇ ਬਰਾਬਰ ਦੀ ਡਿਗਰੀ ਕੀਤੀ ਜਾਂਦੀ ਹੈ ਤਾਂ ਉਹ ਬੰਦੇ ਡਾਕਟਰ ਲਾਉਂਦੇ ਆ। ਤੁਸੀਂ ਕਿਹੜੇ ਡਾਕਟਰ ਹੋ? ਇਹ ਪਲੀਜ਼ ਗੱਲਾਂ ਜਿਹੜੀਆਂ ਮੇਰੀਆਂ ਇਹਨਾਂ ਨੂੰ ਲਾਈਟਲੀ ਨਾ ਲਿਓ, ਇਹਨਾਂ ਨੂੰ ਜਨਤਕ ਕਰਿਓ, ਠੀਕ ਹੈ ਜੀ। ਤੇ ਮੈਨੂੰ ਤਾਂ ਇਹ ਲੱਗਦਾ ਕਿ ਤੁਸੀਂ ਗ੍ਰੈਜੂਏਟ ਵੀ ਨਹੀਂ ਹੈਗੇ ਅਕੈਡਮਿਕ ਕੁਆਲੀਫਿਕੇਸ਼ਨ ਦੇ ਵਿੱਚ। ਸੋ ਇਹ ਚੀਜ਼ਾਂ ਜਿਹੜੀਆਂ ਪਲੀਜ਼ ਇਹਨਾਂ ਨੂੰ ਅਹਿਮ ਮੁੱਦੇ ਸਮਝ ਕੇ ਇਹ ਜਨਤਾ ਲਈ ਇਹ ਸਵਾਲ ਪੁੱਛੇ ਜਾ ਰਹੇ ਹੈ ਤੇ ਜੇ ਤੁਸੀਂ ਇਮਾਨਦਾਰ ਹੋ ਮੈਨੂੰ ਲੱਗਦਾ ਕਿ ਤੁਸੀਂ ਇਮਾਨਦਾਰੀ ਨਾਲ ਇਹਦੇ ਜਵਾਬ ਦਿਓਗੇ। ਮੇਰਾ ਪਰਸਨਲ ਤੁਹਾਡੇ ਅਗੇਂਸਟ ਕੁਝ ਨਹੀਂ, ਪਰ ਮੈਂ ਬੜੀ ਦੇਰ ਤੋਂ ਦੇਖ ਰਿਹਾ ਸੀ ਕਿ ਮੀਡੀਆ ਸਿਰਫ ਤੇ ਸਿਰਫ ਸਿਫਤਾਂ ਦੇ ਪੜਨ ਤੋਂ ਬੰਨਣ ਤੋਂ ਬਿਨਾ ਹੋਰ ਕੁਝ ਨਹੀਂ ਕਰ ਰਿਹਾ। ਇਸ ਕਰਕੇ ਮੈਨੂੰ ਇਹ ਸਵਾਲ ਜ਼ਰੂਰੀ ਲੱਗੇ ਕਿ ਤੁਹਾਨੂੰ ਇਹ ਵੀ ਪੁੱਛਿਆ ਜਾਵੇ, ਕਿਉਂਕਿ ਹੁਣ ਸਮਾਜ ਸੇਵੀਆਂ ਦੇ ਉੱਤੇ ਲੱਖ ਦੇ 40,000 ਦੇ 50,000 ਦੇ ਐਵੇਂ ਮੁੱਦੇ ਜਿਹੜੇ ਹੈ ਉਹ ਛੋਟੀਆਂ ਮੱਛੀਆਂ ਨੂੰ ਫੜਿਆ ਜਾ ਰਿਹਾ। ਮੈਂ ਸੋਚਿਆ ਕਿ ਮਗਰਮੱਛ ਵੀ ਤੁਹਾਡੇ ਸਾਹਮਣੇ ਕਰ ਦਈਏ ਤੇ ਇਹ ਹੁਣ ਤੁਹਾਡਾ ਕੰਮ ਆ ਕਿ ਉਹ ਇਹ ਪੁੱਛਣ, ਠੀਕ ਹੈ ਜੀ। ਮੈਂ ਤਾਂ ਤੁਹਾਡੇ ਸਾਹਮਣੇ ਰੱਖ ਦਿੱਤੇ, ਇਹ ਸਵਾਲ ਤੁਸੀਂ ਪੁੱਛੋ ਉਹਨਾਂ ਨੂੰ, ਠੀਕ ਹੈ ਜੀ। ਤੇ ਮੇਰਾ ਜਿਹੜਾ ਲਾਸਟ ਸਵਾਲ ਸੀ ਉਹ ਤੁਹਾਡੇ ਨਾਲ ਇਹ ਸੀ ਕਿ ਤੁਸੀਂ ਡਾਕਟਰ ਤੇ ਪ੍ਰੋਫੈਸਰ, ਕਦੇ ਡਾਕਟਰ ਯੂਜ਼ ਕਰਦੇ ਹੋ ਤੇ ਕਦੇ ਪ੍ਰੋਫੈਸਰ ਯੂਜ਼ ਕਰਦੇ ਹੋ, ਇਹ ਦੋ ਆਪਣੇ ਨਾਮ ਦੇ ਮੂਹਰੇ ਕਿਉਂ ਯੂਜ਼ ਕਰਦੇ ਹੋ? ਤੇ ਕੀ ਤੁਹਾਡੀ ਐਸੀ ਅਜੇ ਕਮਜ਼ੋਰੀ ਰਹਿ ਗਈ ਹੈ ਕਿ ਤੁਸੀਂ ਆਪਣੇ ਆਪ ਨੂੰ ਇੰਪ੍ਰੈਸ ਕਰਨ ਵਾਸਤੇ ਇਹ ਚੀਜ਼ਾਂ ਮੂਹਰੇ ਲਾਉਣਾ ਚਾਹੁੰਦੇ ਹੋ? ਤੁਹਾਡੀ ਵਿਦਿਅਕ ਯੋਗਤਾ यानी कि एकेडमिक क्वालिफिकेशन की है, ये प्लीज़ कृपा करके जनतक कर देना जी। अमन चीमा जी सत श्री अकाल, सुखविंदर रंधावा जी सत श्री अकाल, की हाल चाल ने? मैं बाद च गल करूँगा। तो एक होर बहुत वड्डा मुद्दा कई साल पहला आया सी ते ओबराय साहब नेपाल चले गए सी। नेपाल तो एक साडे पहले गुरु श्री गुरु नानक देव जी, जिन्हों मेरा ख्याल है सारे सिख जगत का नहीं सारे वर्ल्ड का सिर झुकता, उन्होंने किसी प्यार करने वाले ने कई 100 एकड़ जमीन जिहड़ी है श्री गुरु नानक देव जी दे उन्होंने नाम कराती सी। ते उदों बाद SP ओबराय साहब एकदम नेपाल पहुंच गए सी, होटल बुक करा लिया सी, कागज लैके, मैनू नहीं पता की कागज सी, पर इन्होंने भड़थू पा दिता सी बई मैं जावां ते पर ये जमीन जिहड़ी है ਇਹਦੇ ਆ ਕਾਗਜ਼ ਨੇ, ਇਹ ਜ਼ਮੀਨ ਜਿਹੜੀ ਹੈ ਇਹਦੇ ਹੱਕਦਾਰ ਅਸੀਂ ਆ, ਕੋਈ ਹੋਰ ਬੰਦਾ ਨਹੀਂ। ਉਹ 5-7 ਦਿਨ ਮੁੱਦਾ ਭਖਣ ਤੋਂ ਬਾਅਦ ਪਤਾ ਨਹੀਂ ਹੁਣ ਕੀ ਲੈਣ ਦੇਣ ਹੋਇਆ, ਕਿੰਨੇ ਪੈਸੇ ਇੱਧਰ ਉੱਧਰ ਇਸ ਘਪਲੇ ਦੇ ਵਿੱਚ ਹੋਏ ਨੇ, ਕਿਉਂਕਿ 300-400 ਏਕੜ ਜਿਹੜੀ ਜ਼ਮੀਨ ਹੈ ਉਹ ਨੇਪਾਲ ਦੇ ਉਸ ਥਾਂ ਤੇ ਜਿੱਥੇ ਜ਼ਮੀਨ ਦੀ ਕੀਮਤ ਬਹੁਤ ਹੈ ਤੇ ਉਹਦਾ ਬਿਲਕੁਲ ਨਹੀਂ ਕੁਝ ਪਤਾ ਲੱਗਿਆ ਕਿ ਉਹਦਾ ਕੀ ਬਣਿਆ। SP ओबराय ਸਾਹਿਬ, ਮੇਰੀ ਨਿਮਰਤਾ ਸਾਹਿਬ ਤੁਹਾਨੂੰ ਬੇਨਤੀ ਹੈ ਕਿ ਨੇਪਾਲ ਵਾਲੀ ਜਿਹੜੀ ਸਾਡੇ ਪਹਿਲੇ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਦੇ ਨਾਮ ਜਿਹੜੀ ਜ਼ਮੀਨ ਬੋਲੀ ਸੀ ਉਹ ਕਿੱਥੇ ਹੈ, ਤੇ ਜੇ ਉਹਦਾ ਕੋਈ ਹਿਸਾਬ ਕਿਤਾਬ ਹੋਇਆ ਉਹ ਪਲੀਜ਼ ਤੁਸੀਂ ਜਨਤਕ ਕਰ ਦਿਓ। ਤੇ ਥੈਂਕ ਯੂ, ਤੁਹਾਡਾ ਬਹੁਤ ਬਹੁਤ ਮਿਹਰਬਾਨੀ ਹੋਊਗੀ। ਹੋਰ ਬਾਕੀ ਦੇ ਸਵਾਲ ਬਹੁਤ ਨੇ, ਕਿਉਂਕਿ ਇਹ ਜਿਹੜਾ ਚਿੱਠਾ ਇਹ ਛੋਟਾ ਨਹੀਂ ਹੈਗਾ। ਇਹ ਜੀ ਦੁਬਈ ਵਾਲਿਓ, ਮੈਂ ਤੁਹਾਨੂੰ ਦੱਸ ਦਵਾਂ, ਤੁਹਾਡੇ ਦੁਬਈ ਤੋਂ ਹੀ ਆਪਾਂ ਲੈ ਕੇ ਆਏ ਹਾਂ। ਇਹਦੇ 'ਚ ਕੱਲੀ ਸ਼ੀਟ ਦੇ ਵਿੱਚ ਜਿਹੜੇ ਮੇਰੇ ਕੋਲ ਫਾਈਨੈਂਸ਼ੀਅਲ ਫਿਗਰਸ ਨੇ, ਹਰ ਸਾਲ ਦੇ ਵਿੱਚ ਕਿੱਥੇ ਕੀ ਕੀਤਾ ਜਾਂਦਾ, ਕਿੰਨਾ ਖਰਚਾ ਪਾਇਆ ਜਾਂਦਾ, ਕਿੰਨਾ ਟੈਲੀਫੋਨਾਂ ਦਾ ਤੇ ਕਿੰਨਾ ਇਲੈਕਟ੍ਰਿਸਿਟੀ ਦੇ ਬਿੱਲ ਜਿਹੜੇ ਪਾਏ ਜਾਂਦੇ ਇਹਨਾਂ ਦੇ ਟਰਸਟਾਂ ਦੇ। ਤੇ ਇਹ ਜਿਹੜੀ ਗੱਲਬਾਤ ਹੋ ਰਹੀ ਹੈ, ਮੇਨ ਮੁੱਦਾ ਇਹ ਜ਼ਰੂਰ ਦੱਸਣਾ SP ओबराय ਸਾਹਿਬ, ਜਿਹੜਾ ਸਭ ਤੋਂ ਅਹਿਮ ਸਵਾਲ, ਮੈਨੂੰ ਪਤਾ ਹੈ ਕਿ ਵਿੱਚੋਂ ਗੋਲ-ਮੋਲ ਕੀਤੀਆਂ ਜਾਣਗੀਆਂ ਗੱਲਾਂ, ਬਹੁਤ ਕੁਝ ਇੱਧਰ ਉੱਧਰ ਹੋਊਗਾ, ਹੋ ਸਕਦਾ ਆ ਕਿ ਵੱਡੀਆਂ ਸਰਕਾਰਾਂ ਨੂੰ ਵੀ ਵਕਤ ਪੈ ਜੇ, ਪੁਰਾਣੀਆਂ ਨੂੰ ਵੀ ਤੇ ਮੁਰਲੀਆਂ ਨੂੰ ਵੀ। ਮੈਡਮ ਅਰੂਸਾ ਵੀ ਸੋਚਣਗੇ ਕਿ ਜਿਹੜੇ ਬੰਦੇ ਨਾਲ ਮੈਂ ਮੀਟਿੰਗਾਂ ਕਰਦੀਆਂ, ਜਾਂ ਮਹਾਰਾਣੀ ਪ੍ਰਨੀਤ ਕੌਰ ਪਟਿਆਲੇ ਵਾਲੇ ਖਾਸ ਕਰਕੇ, ਉਹ ਵੀ ਇਹ ਪੁੱਛਣਗੇ ਕਿ ਯਾਰ ਮੈਨੂੰ ਤਾਂ ਪਤਾ ਨਹੀਂ ਸੀ। ਮਤਲਬ ਨੇਤਾ ਤਾਂ ਹੱਥ ਝਾੜ ਜਾਂਦੇ ਹੁੰਦੇ ਜਦੋਂ ਕਿਸੇ ਬੰਦੇ ਤੇ ਮੁਸੀਬਤ ਪੈਂਦੀ ਹੈ, ਪਰ ਮੈਂ ਚਾਹੂੰਗਾ ਕਿ SP ओबराय ਸਾਹਿਬ ਤੁਸੀਂ ਬਿਲਕੁਲ ਇੱਕ ਭੋਲਾ ਭਾਲਾ ਚਿਹਰਾ ਜਿਹੜਾ ਤੁਹਾਡਾ ਲੋਕਾਂ ਦੇ ਸਾਹਮਣੇ ਹਮੇਸ਼ਾ ਪੇਸ਼ ਹੁੰਦਾ ਹੈ, ਲੋਕ ਭਲਾਈ ਦੇ ਕੰਮ ਤੁਹਾਡੇ ਦਿਖਾਏ ਜਾਂਦੇ ਆ, ਤੇ ਜਿਹੜੇ ਮੇਰੇ ਵੱਲੋਂ ਇਹ ਸਵਾਲ ਪੁੱਛੇ ਗਏ ਨੇ ਇਹਨਾਂ ਨੂੰ ਸੀਰੀਅਸਲੀ ਲੈ ਕੇ ਉਹ ਕਰਿਓ। ਤੇ ਬਾਕੀ ਤੁਸੀਂ ਇਹ ਨਾ ਸਮਝਿਓ ਕਿ ਇਹ ਚੀਜ਼ਾਂ ਜਿਹੜੀਆਂ ਇੱਥੇ ਰੁਕ ਜਾਣਗੀਆਂ। ਜੇ ਤੁਸੀਂ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਤਾਂ ਇਹਨਾਂ ਸਵਾਲਾਂ ਦੇ ਜਿਹੜੇ ਜਵਾਬ ਨੇ ਇਹ ਮੈਂ ਫਿਰ ਅਗਲੇ ਹਫਤੇ ਤੁਹਾਨੂੰ ਮੇਰੇ ਕੋਲ ਜਿਹੜੇ ਡਾਕੂਮੈਂਟਸ ਨੇ ਉਹਨਾਂ ਦੇ ਆਧਾਰ ਦੇ ਉੱਤੇ ਮੈਂ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰੂੰਗਾ। ਤੇ ਮੈਂ ਚਾਹੂੰਗਾ ਕਿ ਤੁਸੀਂ ਆਪ ਜਨਤਕ ਕਰ ਦਿਓ ਕਿ ਤੁਹਾਨੂੰ ਪੋਲੀਟੀਕਲ ਲੀਡਰਾਂ ਦੇ ਨਾਲ ਇੰਨੀ ਨੇੜਤਾ ਕਿਉਂ ਰੱਖਣੀ ਪੈਂਦੀ ਹੈ।
ਤੇ ਜਿਹੜੇ ਸਭ ਤੋਂ ਵੱਡਾ ਤੇ ਅਹਿਮ ਸਵਾਲ ਹੈ ਉਹ ਹੈਗਾ ਆ ਕਿ ਅਭੀ ਚੰਦਾਨੀ, ਤੁਸੀਂ ਜਿਹੜੇ ਪੜ੍ਹੇ ਲਿਖੇ ਮੁੰਡੇ ਨੇ ਜਿਹੜੇ ਇਸ ਵੇਲੇ ਆਪਣੇ ਮਾਂ-ਬਾਪ ਦੀ ਮਦਦ ਕਰ ਸਕਦੇ ਹੈ ਤਾਂ ਉਹ ਪਲੀਜ਼ ਇੱਕ ਨਾਮ ਗੂਗਲ ਤੇ ਸਰਚ ਕਰੋ। ਬਾਕੀ ਤਾਂ ਤੁਹਾਨੂੰ ਮੈਂ ਬਾਅਦ ਚ ਦੱਸੂਗਾ ਕਿ ਮੇਰੇ ਕੋਲੇ ਹੋਰ ਵੀ ਡਾਕੂਮੈਂਟ ਹੈਗੇ ਹੈ ਕਿ ਜਿਹੜੇ ਆਕਾਸ਼ ਸੁਨੀਲ ਅਭੀ ਚੰਦਾਨੀ ਨੇ, ਇਹ ਬੰਬੇ ਤੋਂ ਨੇ ਜੀ। ਇਹ ਦਾਊਦ ਸਾਹਿਬ ਦੇ ਬਹੁਤ ਨੇੜਲੇ ਬੰਦੇ ਮੰਨੇ ਜਾਂਦੇ ਨੇ ਤੇ ਉਹ ਇਹਨਾਂ ਦੇ ਨਾਲ ਸ਼ੇਅਰ ਹੋਲਡਰ ਨੇ ਉਬਰਾਏ ਪ੍ਰਾਪਰਟੀ ਇਨਵੈਸਟਮੈਂਟ ਦੇ ਵਿੱਚ। ਮੈਂ ਇੰਡੀਆ ਦੀ ਏਜੰਸੀ NIA ਨੂੰ ਵੀ ਤੇ ਪੰਜਾਬ ਪੁਲਿਸ ਨੂੰ ਵੀ ਇਹ ਰਿਕੁਐਸਟ ਕਰੂੰਗਾ, ਬੇਨਤੀ ਕਰੂੰਗਾ DGP ਸਾਹਿਬ ਦਿਨਕਰ ਗੁਪਤਾ ਨੂੰ ਵੀ ਤੇ ਹੋਰ ਜਿਹੜੀਆਂ ਸੀਕ੍ਰੇਟ ਏਜੰਸੀਆਂ ਨੇ ਇੰਡੀਆ ਦੀਆਂ, ਕਿ ਜਦੋਂ ਕਰਤਾਰਪੁਰ ਦੇ ਲਾਂਘੇ ਦੀ ਗੱਲ ਹੋਈ ਸੀ ਤਾਂ SP ਉਬਰਾਏ ਸਾਹਿਬ ਲਾਂਘੇ ਦੇ ਦਰਸ਼ਨ ਕਰਨ ਵਾਸਤੇ ਜਦੋਂ ਕਰਤਾਰਪੁਰ ਸਾਹਿਬ ਗਏ ਸੀ ਤਾਂ ਬਹੁਤ ਸਾਰੇ ਬੰਦੇ ਇਹਨਾਂ ਦੀ ਉਡੀਕ ਕਰ ਰਹੇ ਸੀ ਤੇ ਇਹ ਚੁੱਪ ਚਪੀਤੇ ਕਿਸ ਤਰੀਕੇ ਦੇ ਨਾਲ ਲਾਹੌਰ ਪਹੁੰਚ ਗਏ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ। ਅੱਖ ਦੇ ਝਪਕੇ 'ਚ ਲਾਹੌਰ ਜਾ ਕੇ ਲਾਹੌਰ ਦੇ ਨਾਲ ਇਹਨਾਂ ਦੇ ਕੀ ਬਿਜ਼ਨਸ ਸੰਬੰਧ ਨੇ, ਪਾਕਿਸਤਾਨ ਨਾਲ ਕੀ ਬਿਜ਼ਨਸ ਸੰਬੰਧ ਨੇ, ਦੁਬਈ ਦੇ ਨਾਲ ਕੀ ਬਿਜ਼ਨਸ ਸੰਬੰਧ ਨੇ, ਕਰਾਚੀ ਦੇ ਨਾਲ ਕੀ ਸੰਬੰਧ ਨੇ। ਇਹ ਇੰਡੀਆ ਦੀ ਸਿਕਿਉਰਿਟੀ ਲਈ ਇੱਕ ਬਹੁਤ ਵੱਡਾ ਪ੍ਰਸ਼ਨ ਹੈ ਕਿ ਇਹ ਚੀਜ਼ਾਂ ਜਿਹੜੀਆਂ ਮੇਜਰ ਸੰਧੂ ਇੱਥੇ ਬੈਠਾ ਦੱਸ ਰਿਹਾ ਤੇ ਇਹ ਤਾਂ ਇੰਟੈਲੀਜੈਂਸ ਏਜੰਸੀ ਨੂੰ ਆਪ ਹੀ ਖੋਜਣੀ ਚਾਹੀਦੀ ਸੀ, ਪਤਾ ਕਰਨਾ ਚਾਹੀਦਾ ਸੀ, ਕਿਉਂਕਿ ਤੁਹਾਡੇ ਕੋਲੇ ਸੋਰਸਿਸ ਬਹੁਤ ਨੇ, ਤੁਹਾਡੇ ਕੋਲੇ ਪੈਸਾ ਬਹੁਤ ਹੈ, ਤੁਹਾਡੇ ਕੋਲੇ ਸਟਾਫ ਬਹੁਤ ਹੈ। ਹੁਣ ਇੱਕ ਬੰਦਾ ਕੀ ਕਰੇ, ਕਿਉਂਕਿ ਜਦੋਂ ਪਾਣੀ ਸਿਰ ਦੇ ਉੱਤੋਂ ਦੀ ਲੰਘਣ ਲੱਗਦਾ ਹੈ ਤੇ ਫਿਰ ਸਾਨੂੰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਮੂਹਰੇ ਲਿਆਉਣੀਆਂ। ਗੱਲ ਬਘੇਲ ਸਿੰਘ ਦੀ ਵੀ, ਕੁੱਤੇ ਖਾਣੀ ਵਾਲੀ ਦੀ ਵੀ ਬਿਲਕੁਲ ਸਹੀ ਹੈ ਕਿ ਜਿਹੜਾ ਪੈਸਾ ਭੇਜਿਆ ਹੋਇਆ NRIs ਦਾ ਉਹ ਬਿਲਕੁਲ ਉੱਥੇ ਹੀ ਲੱਗਣਾ ਚਾਹੀਦਾ ਜਿੱਥੇ ਵਾਸਤੇ ਗਿਆ, ਤੇ ਜਿਹੜਾ ਬੰਦਾ ਉਹਦੇ ਲਈ ਵਿੱਚ ਵਿਚੋਲਾ ਬਣਦਾ ਉਹਨੂੰ ਬਿਲਕੁਲ ਜ਼ਰੂਰ ਦਿਹਾੜੀ ਉਹਦੀ ਮਿਲਣੀ ਚਾਹੀਦੀ ਹੈ, ਪੈਸੇ ਮਿਲਣੇ ਚਾਹੀਦੇ ਆ। ਪਰ ਇਹ ਨਹੀਂ ਹੈਗਾ ਕਿ 5 ਸਟਾਰ ਹੋਟਲਾਂ ਦੇ ਵਿੱਚ ਅੰਗਰੇਜ਼ੀ ਦਾਰੂ ਪੀ ਕੇ ਤੇ ਮੀਟ ਖਾ ਕੇ ਸ਼ਾਮ ਨੂੰ ਭੰਗੜੇ ਪਾਵੇ ਦਾਰੂ ਨਾਲ ਟੁੰਨ ਹੋ ਕੇ ਤੇ ਆਪਣੀਆਂ ਕਰੀਮਾਂ ਲਾ ਕੇ ਆਪਣੀਆਂ ਲਗਜ਼ਰੀ ਗੱਡੀਆਂ ਦੇ ਵਿੱਚ ਘੁੰਮੇ। ਇਹਨੂੰ ਧੰਦਾ ਨਾ ਬਣਾਇਆ ਜਾਵੇ। ਜੇ ਸੇਵਾ ਹੈ ਤਾਂ ਇਹਨੂੰ ਸੇਵਾ ਸਮਝ ਕੇ ਕੀਤਾ ਜਾਵੇ। ਅਸੀਂ ਕਿਸੇ ਵੀ ਸਮਾਜ ਸੇਵੀ ਦੇ ਬਿਲਕੁਲ ਵੀ ਅਗੇਂਸਟ ਨਹੀਂ, ਪਰ ਜਿਹੜੇ ਬੇਈਮਾਨ ਸਮਾਜ ਸੇਵੀ ਨੇ ਉਹ ਵਿਦਾ ਹੋ ਜਾਣੇ ਚਾਹੀਦੇ। ਖਾਸ ਕਰਕੇ ਜਿਹੜੇ ਸਰਕਾਰੀ ਨੌਕਰ ਨੇ, ਜਿਹੜੇ ਵਰਦੀ ਪਾ ਕੇ ਇਹ ਕੰਮ ਕਰਦੇ ਆ, ਉਹ ਗਵਰਨਮੈਂਟ ਵੱਲੋਂ ਕਿਉਂ ਉਹਨਾਂ ਨੂੰ ਅਲਾਉ ਕੀਤਾ ਜਾਂਦਾ? ਕਾਨੂੰਨ ਉਹਨਾਂ ਨੂੰ ਬਿਲਕੁਲ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਜੇ ਪੁਲਿਸ ਦੀ ਵਰਦੀ ਦੇ ਵਿੱਚੋਂ ਤੁਸੀਂ ਕਿਸੇ ਦੀ NGO ਚਲਾਓ। ਹਾਂ, ਭਲਾ ਕਰ ਸਕਦੇ ਹੋ, ਰਸਤੇ ਦੇ ਵਿੱਚ ਜੇ ਕੋਈ ਡਿੱਗਿਆ ਪਿਆ ਉਹਨੂੰ ਪਾਣੀ ਪਿਲਾ ਸਕਦੇ ਹੋ, ਉਹਨੂੰ ਚੁੱਕ ਕੇ ਹਸਪਤਾਲ 'ਚ ਭਰਤੀ ਕਰਵਾ ਸਕਦੇ ਹੋ। ਪਰ ਸਮਾਜ ਸੇਵਾ ਦੇ ਕੰਮ ਕਰਨ ਵਾਸਤੇ ਤਾਂ ਜਿਹੜੀਆਂ ਰਜਿਸਟਰਡ NGO ਨੇ, ਜਿਹੜੀਆਂ ਪਾਰਦਰਸ਼ੀ ਬਹੁਤ ਆਪਣੀ ਪੇਪਰ ਡਾਕੂਮੈਂਟ ਪੂਰੇ ਰੱਖਦੀਆਂ, ਜਿਨ੍ਹਾਂ ਦੇ ਵਿੱਚ ਆਏ ਦਾ ਵੀ ਤੇ ਗਏ ਦਾ ਵੀ ਪੂਰਾ ਹਿਸਾਬ ਕਿਤਾਬ ਹੁੰਦਾ ਹੈ, ਤੇ ਉਹਨਾਂ ਨੂੰ ਤੁਸੀਂ ਕਿਉਂ ਨਹੀਂ ਇਹ ਚੀਜ਼ ਸੌਂਪ ਦਿੰਦੇ? ਤੇ ਸਰਕਾਰ ਆਪਣੀ ਕਰੜੀ ਨਿਗਾਹ ਇਹਦੇ ਤੇ ਕਿਉਂ ਨਹੀਂ ਰੱਖੀ ਜਾਂਦੀ? ਤੇ ਇਹ ਰੌਲੇ ਬਾਅਦ ਦੇ ਵਿੱਚ ਆਮ ਬੰਦਿਆਂ ਨੂੰ ਕਿਉਂ ਇਹ ਨਜਿੱਠਣੇ ਪੈਂਦੇ ਆ? ਸੋਸ਼ਲ ਮੀਡੀਆ 'ਚ ਇਹ ਚੀਜ਼ਾਂ ਕਿਉਂ ਲਿਆਉਣੀਆਂ ਪੈਂਦੀਆਂ? ਇਹ ਵੀ ਇੱਕ ਬੜਾ ਚਿੰਤਾ ਦਾ ਸਵਾਲ ਹੈ। ਮੈਂ ਜਿਹੜੀਆਂ ਗੱਲਾਂ ਕਹਿਣੀਆਂ ਸੀ ਉਹ ਕਹਿ ਦਿੱਤੀਆਂ। SP ਉਬਰਾਏ ਸਾਹਿਬ, ਮੇਰਾ ਖਿਆਲ ਹੈ ਕਿ ਤੁਸੀਂ ਇਹ ਜਿਹੜੇ ਤੁਹਾਡੇ ਆਪਣੇ ਡਾਕੂਮੈਂਟ ਜਮ੍ਹਾਂ ਕੀਤੇ ਹੋਏ ਆ ਉਹਨਾਂ ਦੇ ਬੇਸ ਤੇ ਮੈਂ ਗੱਲ ਕੀਤੀ ਹੈ। ਮੈਂ ਤੁਹਾਨੂੰ ਸਿਰਫ ਸਵਾਲ ਪੁੱਛਿਆ, ਇਹਦੇ ਵਿੱਚ ਕੋਈ ਬਾਹਲੀ ਵੱਡੀ ਲੈਣ ਦੇਣ ਵਾਲੀ ਗੱਲ ਨਹੀਂ। ਮੇਰਾ ਖਿਆਲ ਹੈ ਕਿ ਤੁਸੀਂ ਕਿਸੇ ਨਾ ਕਿਸੇ ਮੀਡੀਆ ਹਾਊਸ ਦੇ ਸਾਹਮਣੇ, ਕਿਸੇ ਨਾ ਕਿਸੇ TV ਸਟੇਸ਼ਨ ਦੇ ਜਾਂ ਸੋਸ਼ਲ ਮੀਡੀਆ ਤੇ ਜਿਹੜੇ ਪੇਜ ਚੱਲਦੇ ਨੇ ਕਾਫੀ ਫੇਮਸ, ਡੇਲੀ ਪੋਸਟ ਪੰਜਾਬੀ, ਨਿਊਜ਼ 18 ਜਾਂ ਫਿਰ ਡੇਲੀ ਪੋਸਟ ਪੰਜਾਬੀ ਜਾਂ ਫਿਰ ਸਪੋਕਸਮੈਨ ਤੇ ਹੋਰ ਕਿਹੜੇ ਹੈ, ਇੱਕ ਦੋ ਹੋਰ ਜਿਹੜੇ ਵੀ ਚੱਲਦੇ ਆ, ਜਿਹੜੇ ਵੀ ਵੀਰ ਇਹਨਾਂ ਨਾਲ ਕੰਟੈਕਟ ਕਰ ਸਕਦੇ ਆ। ਤੇ ਇਹ ਜ਼ਰੂਰ ਇਹਨਾਂ ਨੂੰ ਇਹ ਸਵਾਲ ਪੁੱਛਣ। ਪਹਿਲੇ ਸਵਾਲ ਤੁਸੀਂ ਪੁੱਛੇ ਬਹੁਤ ਵਧੀਆ ਕਿ ਕਿਸੇ ਬੰਦੇ ਦਾ ਵਧੀਆ ਕੰਮ ਜਿਹੜਾ ਹੈ ਹਾਈਲਾਈਟ ਕਰਨਾ ਚਾਹੀਦਾ। ਇਟ ਇਜ਼ ਵੈਰੀ ਗੁੱਡ ਥਿੰਗ ਐਂਡ ਇਟ ਇਜ਼ ਵੈਰੀ ਇੰਪੋਰਟੈਂਟ ਐਜ਼ ਵੈਲ ਕਿ ਬਾਕੀ ਵੀ ਬੰਦਿਆਂ ਨੂੰ ਹੌਸਲਾ ਮਿਲੇ ਕਿ ਉਹ ਸਾਰੇ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਆਉਣ। ਪਰ ਇਹਨੂੰ ਬਿਜ਼ਨਸ ਬਣਾਉਣਾ ਜਿਹੜਾ ਉਹ ਬਿਲਕੁਲ ਗੈਰ ਇਨਸਾਨੀਅਤ ਹੈ, ਇਹ ਠੀਕ ਨਹੀਂ ਹੈਗਾ। ਮੈਂ ਦੁਬਾਰਾ ਫਿਰ SP ਉਬਰਾਏ ਸਾਹਿਬ ਤੁਹਾਨੂੰ ਜਿਹੜੇ ਸ਼ਾਰਟ ਲਿਸਟ ਕਰ ਦਿੰਦਾ ਆਪਣੇ ਸਵਾਲ। ਪੰਜਾਬ ਦੇ ਵਿੱਚ ਜਾਂ ਜਿੱਥੇ ਵੀ ਤੁਸੀਂ ਦਾਨ ਕਰਦੇ ਹੋ, ਤੁਹਾਡਾ ਉੱਥੇ ਐਡਾ ਦਾਨ ਕਰਨ ਵਾਸਤੇ ਸੋਰਸ ਆਫ ਇਨਕਮ ਕੀ ਹੈ? ਨੰਬਰ 2, ਤੁਹਾਡੇ ਟਰਸਟ ਦੇ ਜਿਹੜੇ ਮੈਂਬਰ ਨੇ ਉਹ ਕੌਣ ਨੇ? ਨੰਬਰ 3, ਤੁਹਾਡੇ ਜਿਹੜੇ ਪੁਲਿਸ ਵਾਲਿਆਂ ਨਾਲ, ਖਾਸ ਕਰਕੇ ਬਹੁਤ ਭ੍ਰਿਸ਼ਟ ਤੇ ਬਹੁਤ ਬੇਈਮਾਨ ਪੁਲਿਸ ਅਫਸਰ ਜਿਹੜੇ ਕਰਪਸ਼ਨ ਦੇ ਵਿੱਚ ਮੋਹਰੀ ਮੰਨੇ ਜਾਂਦੇ ਆ, ਉਹਨਾਂ ਨਾਲ
ਤੁਹਾਡੇ ਟਰਸਟ ਦੇ ਕੀ ਸੰਬੰਧ ਨੇ, ਤੇ ਫਿਰ ਤੁਹਾਡੇ ਟਰਸਟ ਦੇ ਕੀ ਭਾਰਤ ਤੇ ਦੁਬਈ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਇੱਕੋ ਨਾਮ ਤੇ ਤੁਹਾਡਾ ਟਰਸਟ ਚੱਲਦਾ ਹੈ ਤਾਂ ਉਹਨਾਂ ਦੇ ਜਾਂ ਡਿਫਰੈਂਟ ਨਾਮ ਨੇ। ਇਹ ਸਵਾਲ ਮੈਂ ਤਾਂ ਪੁੱਛਿਆ ਕਿ ਬੜਾ ਟੈਕਨੀਕਲ ਸਵਾਲ ਹੈ, ਇਹਦੀ ਹਜੇ ਇਨਵੈਸਟੀਗੇਸ਼ਨ ਮੇਰੀ ਅਧੂਰੀ ਹੈ। ਜਦੋਂ ਤੁਸੀਂ ਬੋਲੋਗੇ ਉਦੋਂ ਬਾਅਦ ਫਿਰ ਮੈਂ ਤੁਹਾਨੂੰ ਇਹਦੇ ਜਵਾਬ ਦਊਂਗਾ। ਤੁਹਾਡੀਆਂ ਦੁਬਈ ਦੀਆਂ ਜਿਹੜੀਆਂ ਰਜਿਸਟਰਡ ਕੰਪਨੀਆਂ ਨੇ ਭਾਰਤ 'ਚ ਭਗੌੜੇ ਤੇ ਦਾਊਦ ਦੇ ਕਰੀਬੀ ਬੰਦਿਆਂ ਦੇ ਨਾਲ ਕਿਉਂ ਚੱਲਦੀਆਂ? ਉਹਦੇ ਵਿੱਚ ਤੁਹਾਡਾ ਜਿਹੜਾ ਫਿਲਮ ਇੰਡਸਟਰੀ ਦਾ ਜਾਂ ਫਿਰ ਵੱਡੇ ਵੱਡੇ ਅਮੀਰ ਲੋਕਾਂ ਦਾ ਜਿਹੜਾ ਬਲੈਕ ਮਨੀ ਹੈ, ਕੀ ਉਹਦਾ ਵਾਈਟ ਕਰਨ ਦਾ ਵੀ ਉਸ ਕੰਪਨੀਆਂ ਨਾਲ ਸੰਬੰਧ ਹੈ? ਕੀ ਦੁਬਈ 'ਚ ਕੰਸਟਰਕਸ਼ਨ ਬਿਜ਼ਨਸ ਤੋਂ ਬਿਨਾ ਤੁਹਾਡਾ ਹੋਰ ਵੀ ਕੋਈ ਧੰਦਾ? ਇਹ ਪਲੀਜ਼ ਜਨਤਕ ਕਰੋ। ਤੇ ਜੇ ਤੁਸੀਂ ਕਿਸੇ ਦਾ ਬਲੈਕ ਮਨੀ ਵਾਈਟ ਕਰਦੇ ਹੋ, ਉਹ ਕਿੰਨੇ ਕਰੋੜ ਜਾਂ ਕਿੰਨੇ ਅਰਬ ਅੱਜ ਤੱਕ ਕੀਤਾ, ਉਹਦਾ ਵੀ ਪਲੀਜ਼ ਜਨਤਕ ਕਰ ਦਿਓ। ਜੇ ਨਹੀਂ ਕੀਤਾ ਤਾਂ ਨਾ ਕਹਿ ਦੇਣਾ। ਪਟਿਆਲਾ 'ਚ ਗੂੰਗੇ ਬੋਲੇ ਜਿਹੜੇ ਬੱਚਿਆਂ ਦੇ ਸਕੂਲ ਦੀ ਜ਼ਮੀਨ ਸੀ, ਉਹਦੇ ਤੇ ਤੁਸੀਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਡੰਡੇ ਵਾਲਾ ਬੰਦਾ ਸੀ ਅੱਗੇ, ਉਹਨੇ ਹੋਣ ਨਹੀਂ ਦਿੱਤਾ। ਇਹ ਕੋਸ਼ਿਸ਼ ਤੁਸੀਂ ਕਿਉਂ ਕੀਤੀ? ਬੱਬਰ ਖਾਲਸਾ ਵਾਲੇ ਸੁਖਦੇਵ ਸਿੰਘ ਬੱਬਰ, ਮੈਨੂੰ ਪਤਾ ਕਿ ਤੁਸੀਂ ਕਈ ਸਵਾਲਾਂ ਤੋਂ ਹੁਣ ਭੱਜਣਾ, ਪਰ ਮੈਂ ਤੁਹਾਨੂੰ ਦੇਖਿਆ ਹੋਇਆ। ਜਸਮੇਰ ਸਿੰਘ ਸੰਧੂ ਉਰਫ ਸੁਖਦੇਵ ਸਿੰਘ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਿਹੜੇ ਸੀਗੇ, ਕਿਉਂਕਿ ਮੈਂ ਵੀ ਉਸ ਵੇਲੇ ਉੱਥੇ ਹੀ ਰਹਿੰਦਾ ਸੀ ਤੇ ਤੁਸੀਂ ਵੀ ਬਹੁਤ ਵਾਈਟ ਹਾਊਸ ਦੇ ਵਿੱਚ ਆਉਂਦੇ ਜਾਂਦੇ ਸੀ। ਤੇ ਆਮ ਕਰਕੇ ਜਿਹੜਾ ਉਹਨਾਂ ਦਾ ਛੋਟਾ ਜਿਹਾ ਬੇਟਾ ਸੀ ਸਾਡੇ ਫਲੈਟ ਦੇ ਮੂਹਰੇ ਖੇਲਦਾ ਸੀ, ਜਦੋਂ ਉਹ ਜਸਮੇਰ ਸਿੰਘ ਸੰਧੂ ਯਾਨੀ ਕਿ ਸੁਖਦੇਵ ਸਿੰਘ ਬੱਬਰ ਆਪਣੇ ਬੱਚੇ ਨੂੰ ਲੈਣ ਵਾਸਤੇ ਆਉਂਦੇ ਸੀ, ਕਿਉਂਕਿ ਨਾਭੇ ਵਾਲੀਆਂ ਬੀਬੀਆਂ ਦੀ ਕੁੜੀ ਪਿੰਕੀ ਉਹਨਾਂ ਦੇ ਨਾਲ ਵਿਆਹੀ ਹੋਈ ਸੀ ਜਾਂ ਉਹਨਾਂ ਦੇ ਨਾਲ ਰਹਿੰਦੀ ਸੀ। ਉਹਨਾਂ ਦਾ ਇੱਕ ਬੇਟਾ ਵੀ ਸੀ ਤੇ ਜਿਹੜਾ ਕਦੀ ਕਦੀ ਸਾਡੇ ਕੋਲ ਵੀ ਆ ਜਾਂਦਾ ਹੁੰਦਾ ਸੀ, ਤੇ ਕਿਉਂਕਿ ਅਸੀਂ ਗੁਆਂਢੀ ਸੀ ਨਾਭੇ ਵਾਲੀ ਬੀਬੀਆਂ ਦੇ, ਤੇ ਉੱਥੇ ਉਹਨਾਂ ਦੀ ਬੀਬੀਆਂ ਦੀ ਕੁੜੀ ਸੁਖਦੇਵ ਸਿੰਘ ਬੱਬਰ ਦੇ ਸੀ, ਤੇ ਉਹਦੇ ਨਾਲ ਤੁਸੀਂ ਵੀ ਜਸਮੇਰ ਸਿੰਘ ਸੰਧੂ ਦੇ ਨਾਲ ਉੱਥੇ ਅਸੀਂ ਫਿਰਦੇ ਤੁਰਦੇ ਦੇਖਦੇ ਸੀ। ਤੁਹਾਡਾ ਉਸ ਕੰਸਟਰਕਸ਼ਨ ਬਿਜ਼ਨਸ ਦੇ ਵਿੱਚ ਜਿਹੜੇ ਪੁਲੀਆਂ ਦੇ ਠੇਕੇ ਲਏ ਜਾਂਦੇ ਸੀ ਜਾਂ ਵੱਡੇ ਪੁਲਾਂ ਦੇ ਠੇਕੇ ਲਏ ਜਾਂਦੇ ਸੀ, ਕੀ ਸੰਬੰਧ ਸੀ? ਤੇ ਜਦੋਂ ਸੁਖਦੇਵ ਸਿੰਘ ਬੱਬਰ ਜੀ ਫੜੇ ਗਏ ਤੇ ਤੁਸੀਂ ਇੱਕਦਮ ਦੁਬਈ ਕਿਉਂ ਚਲੇ ਗਏ? ਪਟਿਆਲਾ ਸਰਹੰਦ ਸੜਕ ਤੇ ਪੈਂਦੇ ਪਿੰਡ ਫੱਗਣ ਮਾਜਰਾ ਦੀ ਜਿਹੜੀ 14 ਕਿੱਲੇ ਜ਼ਮੀਨ ਹੈ, ਤੁਸੀਂ ਧੋਖੇ ਨਾਲ ਆਪਣੇ ਟਰਸਟ ਦੇ ਨਾਮ ਕਰਵਾ ਲਈ, ਜਿਹਦਾ ਹੁਣ ਪੰਚਾਇਤ ਨੇ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਗਿਆ। ਜੇ ਤੁਸੀਂ ਇਮਾਨਦਾਰ ਹੋ, ਤੁਹਾਡੇ ਕੋਲ ਇੰਨਾ ਪੈਸਾ ਹੈਗਾ, ਤੇ ਉਸ ਪਿੰਡ ਦੀ ਜ਼ਮੀਨ 14 ਏਕੜ ਤੁਸੀਂ ਕਿਉਂ ਹਥਿਆਈ? ਕੀ ਮਜਬੂਰੀ ਬਣ ਗਈ ਸੀ ਤੁਹਾਡੀ? ਇਹਦਾ ਵੀ ਜਵਾਬ ਦੇਣਾ। ਚੀਫ ਖਾਲਸਾ ਦੀਵਾਨ ਦੇ ਵਿੱਚ ਲੇਡੀਜ਼ ਟੀਚਰ ਦੀ ਤਨਖਾਹ ਤੁਸੀਂ ਖੁਦ ਦਿੰਦੇ ਸੀ, ਤੇ ਉਹਦੇ ਬਦਲੇ 'ਚ ਤੁਸੀਂ ਕੀ ਡਿਮਾਂਡ ਕਰਦੇ ਸੀ? ਤੁਸੀਂ ਆਪਣੇ ਨਾਮ ਦੇ ਨਾਲ ਡਾਕਟਰ ਜਾਂ ਪ੍ਰੋਫੈਸਰ ਕਿਉਂ ਲਾਉਂਦੇ ਹੋ? ਤੁਹਾਡੀ ਕੁਆਲੀਫਿਕੇਸ਼ਨ ਕੀ ਹੈ? ਪਲੀਜ਼ ਕਿਰਪਾ ਕਰਕੇ ਉਹ ਜ਼ਰੂਰ ਜਨਤਕ ਕਰਨੀ। ਤੁਹਾਡੀ ਵਿਦਿਅਕ ਯੋਗਤਾ ਕੀ ਹੈ? ਪੰਜਾਬੀ 'ਚ ਕਹੂੰਗਾ ਮੈਂ। academic qualification is have you got a degree of bachelor or master degree or PhD, or have you done any masters in medicine or any dental surgery, whatever it is? Why you putting your name as a doctor and professor? ਲੋਕਾਂ ਨੂੰ ਪਲੀਜ਼ ਜਨਤਕ ਕਰੋ, ਕਿਉਂਕਿ ਤੁਸੀਂ ਲੋਕ ਚਿਹਰਾ ਹੋ। ਇਹ ਜ਼ਰੂਰ ਚੀਜ਼ਾਂ ਤੇ ਗੌਰ ਕਰਨਾ। ਨੇਪਾਲ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਦੇ ਨਾਮ ਤੇ ਜਿਹੜੀ ਜ਼ਮੀਨ ਬੋਲਦੀ ਸੀ 300-400 ਏਕੜ, ਉਹਦੇ ਕਾਗਜ਼ ਲੈ ਕੇ ਤੁਸੀਂ ਨੇਪਾਲ ਗਏ ਸੀ। ਉਦੋਂ ਬਾਅਦ ਤੁਸੀਂ ਬੋਲੇ ਨਹੀਂ। ਉਹਦੇ 'ਚ ਕੀ ਡੀਲ ਹੋਈ ਹੈ? ਪਲੀਜ਼ ਕਿਰਪਾ ਕਰਕੇ ਇਹ ਵੀ ਜਨਤਕ ਕਰ ਦੇਣਾ। ਅੱਜ ਦੇ ਸਵਾਲ ਜਿਹੜੇ ਮੇਰੇ ਇੱਥੇ ਖਤਮ ਹੁੰਦੇ ਆ, ਤੇ ਮੈਂ ਉਡੀਕ ਕਰੂੰਗਾ ਕਿ ਇੱਕ ਹਫ਼ਤੇ ਦੇ ਵਿੱਚ ਜਾਂ ਮੀਡੀਆ ਜਾਂ SP ਉਬਰਾਏ ਸਾਹਿਬ ਇਹ ਹਲਕੇ ਸਵਾਲ ਨੇ, ਇਹਨਾਂ ਦੇ ਜਵਾਬ ਦੇ ਦੇਣ। ਤੁਹਾਡੀ ਸਮਾਜ ਸੇਵਾ ਦੇ ਨਾਲ, ਤੁਹਾਡੇ ਲੋਕ ਭਲਾਈ ਦੇ ਕੰਮਾਂ ਦੇ ਨਾਲ ਸਾਨੂੰ ਬਿਲਕੁਲ ਕੋਈ ਇਤਰਾਜ਼ ਨਹੀਂ। ਤੁਹਾਡੇ ਨਾਲ ਸਾਡੀ ਕੋਈ ਰਿਸ਼ਤੇਦਾਰੀ ਨਹੀਂ, ਤੁਹਾਡੇ ਨਾਲ ਕੋਈ ਸਾਡੀ ਵੱਟ ਨਹੀਂ ਸਾਂਝੀ, ਨਾ ਕੋਈ ਦੁਕਾਨਦਾਰੀ, ਨਾ ਕੋਈ ਦੇਸ਼ ਸਾਂਝਾ, ਨਾ ਕੋਈ ਹੋਰ ਕੋਈ ਚੀਜ਼ ਸਾਂਝੀ। ਨਾ ਅਸੀਂ ਤੁਹਾਨੂੰ ਕਦੇ ਮਿਲੇ, ਨਾ ਤੁਹਾਡੇ ਨਾਲ ਚਾਹ ਪੀਤੀ, ਨਾ ਤੁਹਾਡੇ ਨਾਲ ਹੱਥ ਮਿਲਾਇਆ, ਬਿਲਕੁਲ ਨਹੀਂ। ਪਰ ਇਹ ਜੇ ਅਸੀਂ ਇਸ ਫੀਲਡ ਦੇ ਵਿੱਚ ਹੈਗੇ ਹਾਂ, ਇਹ ਚੀਜ਼ਾਂ ਜਨਤਕ ਕਰਨ ਦੀ ਅਸੀਂ ਤੁਹਾਡੇ ਤੋਂ ਮੰਗ ਕਰਦੇ ਹਾਂ। ਤੇ ਕਿਰਪਾ ਕਰਕੇ ਇਸ ਪੋਸਟ ਨੂੰ ਇੰਨਾ ਸ਼ੇਅਰ ਕਰ ਦੇਣਾ ਕਿ ਇਹ ਪੰਜਾਬ ਦੇ ਤੇ ਇੰਡੀਆ ਦੇ ਸਾਰੇ ਕੰਸਰਨਡ ਡਿਪਾਰਟਮੈਂਟ ਤੱਕ ਪਹੁੰਚ ਜਾਵੇ। ਖਾਸ ਕਰਕੇ ਮੈਂ ਚਾਹੁੰਦਾ ਹਾਂ ਕਿ ਪੁਲਿਸ ਵਾਲੇ ਜਿਹੜੇ ਆਫੀਸਰ ਨੇ, ਕਿਉਂਕਿ ਬਹੁਤ ਸਾਰੇ ਪੁਲਿਸ ਆਫੀਸਰ ਦੇ ਨਾਲ ਤਾਂ SP ਉਬਰਾਏ ਸਾਹਿਬ ਦੀ ਪਿਆਲੇ ਦੀ ਵੀ ਸਾਂਝ ਹੈਗੀ ਹੈ, ਹੋਰ ਕਈ ਧੰਦਿਆਂ ਦੀ ਸਾਂਝ ਹੈਗੀ ਹੈ,
ਤੇ ਜਿਹੜੇ ਮੈਂ ਇੱਥੇ ਨਹੀਂ ਕਰ ਸਕਦਾ। ਪਰ ਅਗਲੇ ਹਫਤੇ ਜੇ ਇਹਦਾ ਕੋਈ ਜਵਾਬ ਨਹੀਂ ਲੈਂਦਾ, ਮੈਂ ਚਾਹੁੰਦਾ ਕਿ ਬਹਾਦਰ ਪੱਤਰਕਾਰ ਬਹੁਤ ਨੇ, ਨਿਊਜ਼ 18 ਦੇ ਵੀ ਬਹਾਦਰ ਪੱਤਰਕਾਰ ਬਹੁਤ ਨੇ, ਸਿਮਰਨਜੋਤ ਸਿੰਘ ਮੱਕੜ ਵਰਗੇ ਵੀ ਪੱਤਰਕਾਰ ਬਹੁਤ ਵਧੀਆ ਨੇ, ਜਗਬਾਣੀ ਦੇ ਵਿੱਚ ਵੀ ਸੋਢੀ ਸਾਹਿਬ ਵਧੀਆ ਨੇ, ਚੰਗਾ ਅੱਛਾ ਕੰਮ ਕਰਦੇ ਹੋ। ਪਰ ਤੁਸੀਂ ਸਾਰੀਆਂ ਜਿੰਨੀਆਂ ਇੰਟਰਵਿਊਆਂ ਕੀਤੀਆਂ ਉਹਦੇ ਵਿੱਚ ਜਿਹੜੇ ਮੁੱਦੇ ਹਾਈਲਾਈਟ ਕੀਤੇ ਉਹ ਸਿਫਤਾਂ ਦੇ ਕੀਤੇ ਨੇ, ਤੇ ਵਿੱਚ ਇੱਕ ਦੋ ਸਵਾਲ ਇਹਨਾਂ ਦੇ ਵਿੱਚੋਂ ਵੀ ਠੋਕ ਲੈਣੇ। ਇੱਕ ਤਾਂ ਬਹੁਤ ਹੀ ਅਹਿਮ ਸਵਾਲ ਹੈ ਕਿ ਤੁਹਾਡਾ ਪਾਰਟਨਰ, ਜਿਹੜਾ ਮੈਂ ਪਹਿਲਾਂ ਵੀ ਕਿਹਾ, ਤੁਹਾਡਾ ਪਾਰਟਨਰ ਜਿਹੜਾ ਦੁਬਈ ਵਾਲਾ ਹੈ ਨਾ, ਮੈਨੂੰ ਇਤਰਾਜ਼ ਨਹੀਂ ਕਿ ਤੁਹਾਡੀ ਵਾਈਫ ਜਿਹੜੀ ਹੈ ਉਹ ਮਨਿੰਦਰ ਕੌਰ ਵਨ ਆਫ ਦਾ ਡਾਇਰੈਕਟਰ ਹੈ, ਪਰ ਜਿਹੜਾ ਆਕਾਸ਼ ਸੁਨੀਲ ਅਭੀ ਚੰਦਾਨੀ ਹੈ ਉਹਨੂੰ ਆਪਣੀ ਕੰਪਨੀ ਦੇ ਵਿੱਚ ਬਰਾਬਰ ਦਾ ਸ਼ੇਅਰ ਹੋਲਡਰ ਬਣਾਉਣ ਦੀ ਤੁਹਾਨੂੰ ਐਸੀ ਕੀ ਮਜਬੂਰੀ ਪੈ ਗਈ ਸੀ? ਕੀ ਐਸਾ ਧੰਦਾ ਜਿਹੜਾ ਉਹਨਾਂ ਦੇ ਬਿਨਾ ਤੁਹਾਡਾ ਚੱਲ ਨਹੀਂ ਸਕਦਾ ਦੁਬਈ ਦੇ ਵਿੱਚ? ਪਲੀਜ਼ ਇਹ ਗੱਲਾਂ ਜਿਹੜੀਆਂ ਮੇਰੀਆਂ ਇਹ ਜ਼ਰੂਰ ਜਨਤਕ ਕਰਿਓ, ਜਾਂ ਫਿਰ ਕੋਈ ਵੀ ਸੋਸ਼ਲ ਮੀਡੀਆ ਵਾਲੇ ਬੰਦੇ ਜਿਹੜੇ ਪੇਜ ਚਲਾਉਂਦੇ ਆ ਵੱਡੇ ਵੱਡੇ, ਜਾਂ ਟੀਵੀ ਚਲਾਉਂਦੇ ਆ, ਜਾਂ ਫਿਰ ਹੋਰ ਕਿਸੇ ਸਾਧਨ ਦੇ ਰਾਹੀਂ, ਤਾਂ ਇਹ ਜ਼ਰੂਰ ਚੀਜ਼ਾਂ ਐਸਪੀ ਓਬਰਾਏ ਸਾਹਿਬ ਨੂੰ ਪੁੱਛਿਓ। ਅਸੀਂ ਉਡੀਕ ਕਰਾਂਗੇ ਇੱਕ ਹਫ਼ਤੇ ਦੇ ਵਿੱਚ। ਇੱਕ ਹਫ਼ਤੇ ਦੇ ਵਿੱਚ ਜੇ ਇਹ ਚੀਜ਼ਾਂ ਸਾਹਮਣੇ ਨਹੀਂ ਆਉਂਦੀਆਂ ਤਾਂ ਜਿਹੜੀਆਂ ਸਾਡੀਆਂ ਚੀਜ਼ਾਂ ਸਾਡੇ ਕੋਲ ਇਕੱਠੀਆਂ ਹੋਈਆਂ ਨੇ, ਤੇ ਉਹਨਾਂ ਚੀਜ਼ਾਂ ਦੇ ਆਸਰੇ ਅਸੀਂ ਫਿਰ ਅਗਲਾ ਜਿਹੜਾ ਐਪੀਸੋਡ ਹੈ ਇਸੇ ਮੁੱਦੇ ਦੇ ਉੱਤੇ ਦੁਬਾਰਾ ਫੇਰ ਕਰਾਂਗੇ, ਕਿਉਂਕਿ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਪੀੜਤ ਨੇ ਇਸ ਵੇਲੇ। ਪੰਜਾਬ ਦੇ ਲੋਕਾਂ ਕੋਲੇ ਹੋਰ ਸੱਟਾਂ ਸਹਿਣ ਦੀ ਬਿਲਕੁਲ ਕੈਪੈਸਿਟੀ ਨਹੀਂ ਰਹੀ। ਪੰਜਾਬ ਦੇ ਲੋਕ ਲੀਡਰਾਂ ਨੇ, ਸਰਕਾਰਾਂ ਨੇ, ਬਾਬਿਆਂ ਨੇ, ਸਮਾਜ ਸੇਵੀਆਂ ਨੇ, ਕੁਛ ਇੱਕ ਸਮਾਜ ਸੇਵੀਆਂ ਨੇ ਕਾਫੀ ਤੰਗ ਕੀਤੇ ਹੋਏ, ਪਰੇਸ਼ਾਨ ਕੀਤੇ ਹੋਏ ਹੈ। ਤੇ ਜੇ ਇੱਕ ਅੱਧੀ ਹੋਰ ਵੱਡੀ ਪਰੇਸ਼ਾਨੀ ਪੰਜਾਬ ਦੇ ਸਿਰ ਪੈ ਗਈ ਤਾਂ ਇਹ ਚੱਲ ਨਹੀਂ ਹੋਣੀ, ਤੇ ਤੜਫਦਾ ਅਸੀਂ ਪੰਜਾਬ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਦੇਖ ਨਹੀਂ ਸਕਦੇ। ਤੇ ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਬੰਦਾ ਜਿਹੜਾ ਕੰਮ ਕਰੇ ਉਹ ਨਕਾਬ ਪਾ ਕੇ ਨਾ ਕਰੇ, ਉਹਦਾ ਚਿਹਰਾ ਅੰਦਰਲਾ ਕੁਝ ਹੋਰ ਹੋਵੇ ਤੇ ਬਾਹਰਲਾ ਕੁਝ ਹੋਰ ਹੋਵੇ। ਇਹ ਸਾਡੇ ਤੋਂ ਬਰਦਾਸ਼ਤ ਨਹੀਂ ਹੋਣਾ, ਕਿਉਂਕਿ ਜਦੋਂ ਕੋਈ ਇੰਨਾ ਭੁੱਖ ਨੰਗ ਦੇ ਨਾਲ ਲੜ ਰਿਹਾ ਹੋਵੇ, ਜਿਸ ਸਿਚੁਏਸ਼ਨ 'ਚ ਪੰਜਾਬ ਹੋਣਾ, ਕਿਉਂਕਿ ਸਰਕਾਰ ਅੰਨੀ ਬੋਲੀ ਹੋਈ ਪਈ ਹੈ, ਪੈਲਸ ਦੇ ਵਿੱਚ ਆਪਣੇ ਆਪ ਨੂੰ ਬੰਦ ਕਰਕੇ ਬੈਠੀ ਹੈ, ਬਾਹਰ ਨਿਕਲ ਕੇ ਦੇਖਦੀ ਨਹੀਂ ਕਿ ਲੋਕ ਕਿਸ ਪੋਜੀਸ਼ਨ ਦੇ ਵਿੱਚ ਨੇ, ਕਿੱਦਾਂ ਜੀ ਰਹੇ ਨੇ, ਤੇ ਕਿੱਦਾਂ ਲੋਕਡਾਊਨ ਦੇ ਵਿੱਚ ਉਹਨਾਂ ਨਾਲ ਬੀਤੀ ਹੈ, ਕਿਵੇਂ ਘਰ ਦਾ ਰਾਸ਼ਨ ਆ, ਜਿਹੜੇ ਬੱਚੇ ਕਿਵੇਂ ਪੜਾਉਣੇ ਆ, ਬਾਕੀ ਕੰਮ ਕਿਵੇਂ ਕਰਨਾ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਝੱਲ ਨਹੀਂ ਹੁੰਦੀਆਂ। ਤੇ ਇਹ ਪਲੀਜ਼ ਕਿਰਪਾ ਕਰਕੇ, ਇਹ ਬਹੁਤ ਵੱਡੇ ਸਵਾਲ ਨੇ। ਮੀਡੀਆ ਸਿਰਫ ਕੁੱਟਮਾਰ ਦੀਆਂ, ਲੜਾਈ ਦੀਆਂ, ਉਹਨੇ ਆਹ ਕਹਿਤਾ, ਉਹਨੇ ਆਹ ਰਿਪਲਾਈ ਕਰਤਾ, ਜਾਂ ਫਲਾਣੀ ਐਕਟਰ ਨੇ ਕੀ ਕਹਿਤਾ, ਫਲਾਣੇ ਸਿੰਗਰ ਨੇ ਕੀ ਕਹਿਤਾ, ਇਹਨਾਂ ਮੁੱਦਿਆਂ ਨੂੰ ਵੀ ਤੁਸੀਂ ਜਿੰਨਾ ਮਰਜ਼ੀ ਉਛਾਲੋ, ਪਰ ਆਹ ਚੀਜ਼ਾਂ ਪੰਜਾਬ ਲਈ ਬਹੁਤ ਅਹਿਮ ਨੇ, ਇੰਡੀਆ ਦੀ ਸਿਕਿਉਰਿਟੀ ਲਈ ਬਹੁਤ ਅਹਿਮ ਨੇ। ਕਿਉਂਕਿ ਦੁਬਈ ਦੇ ਵਿੱਚ ਕੌਣ-ਕੌਣ ਬੈਠੇ ਹੈ, ਕੀ ਧੰਦੇ ਚੱਲਦੇ ਹੈ, ਪਾਕਿਸਤਾਨ ਦੇ ਵਿੱਚ ਕੀ ਧੰਦੇ ਚੱਲਦੇ ਹੈ, ਬੰਬੇ ਦੇ ਵਿੱਚ ਕਿੰਨੇ ਕੇਸ ਹੋਏ ਹੋਏ ਆ, ਕਿੰਨੇ ਬੰਦੇ ਪੀਓ ਨੇ, ਤੇ ਉਹ ਪੀਓ ਭਗੌੜੇ ਬੰਦੇ ਦੁਬਈ ਦੇ ਵਿੱਚ ਐਸਪੀ ਓਬਰਾਏ ਸਾਹਿਬ ਨਾਲ ਬਿਜ਼ਨਸ ਕਰਦੇ ਨੇ ਬੈਠ ਕੇ। ਉਹਨਾਂ ਦਾ ਬਿਜ਼ਨਸ ਮੇਨਲੀ ਪਾਕਿਸਤਾਨ ਦੇ ਵਿੱਚ ਲਾਹੌਰ, ਕਰਾਚੀ ਨਾਲ ਸੰਬੰਧ ਕਰਦਾ। ਤੇ ਹੁਣ ਤਾਂ ਸਿਸਮਾ ਪੈਲੇਸ ਦੇ ਵਿੱਚ ਬੈਠੇ ਹੋਏ ਮੈਡਮ ਅਰੂਸਾ ਜੀ ਨਾਲ ਵੀ ਥੋੜੀਆਂ ਤਾਰਾਂ ਜੁੜਦੀਆਂ ਨਜ਼ਰ ਆ ਰਹੀਆਂ। ਤਾਂ ਕਿਰਪਾ ਕਰਕੇ ਇਹ ਜਿਹੜੇ ਮੇਰੇ ਸਵਾਲ ਨੇ ਇਹ ਤੁਹਾਨੂੰ ਲੱਗਣਗੇ ਕਿ ਬੜੇ ਪੁੱਠੇ ਜੇ ਨੇ, ਪਰ ਤੁਸੀਂ ਗੌਰ ਨਾਲ ਨਾ ਇਕੱਲੇ ਬੈਠ ਕੇ ਸੋਚ ਕੇ ਦੇਖਿਓ, ਇਹ ਬਹੁਤ ਅਹਿਮ ਨੇ ਤੇ ਇਹਦੀਆਂ ਤੰਦਾਂ ਬਹੁਤ ਦੂਰ ਤੱਕ ਪਹੁੰਚਦੀਆਂ। ਮੈਂ ਇਹ ਵੀ ਰਿਕੁਐਸਟ ਕਰੂੰਗਾ ਕਿ ਜੇ ਸੈਂਟਰ ਸਰਕਾਰ ਦਾ ਕੋਈ ਵੀ ਬੰਦਾ ਇਸ ਵੇਲੇ, ਜਾਂ NIA ਦਾ ਕੋਈ ਵੀ ਬੰਦਾ ਇਸ ਵੇਲੇ ਇਸ ਮੇਰੇ ਲਾਈਵ ਨੂੰ ਸੁਣਦਾ ਹੋਵੇ ਜਾਂ ਸ਼ੇਅਰ ਕਰਕੇ ਉਹਨਾਂ ਤੱਕ ਪਹੁੰਚਦੇ, ਇਹਦਾ ਪਲੀਜ਼ ਕਿਰਪਾ ਕਰਕੇ ਗੰਭੀਰ ਨੋਟਿਸ ਲਿਆ ਜਾਵੇ। ਕਿਉਂਕਿ ਰਾਤੋਂ ਰਾਤ ਕੋਈ ਵੀ ਬੰਦਾ ਆਪਣੀ ਜੇਬ ਚੋਂ ਕਰੋੜਾਂ ਜਾਂ ਅਰਬਾਂ ਖਰਚ ਕੇ ਕਿਸੇ ਵਾਸਤੇ ਇਹ ਨਹੀਂ ਕਹਿ ਸਕਦਾ ਕਿ ਪਰਮਾਤਮਾ ਦਾ ਦਿੱਤਾ ਮੇਰੇ ਕੋਲੇ ਬਹੁਤ ਕੁਛ ਹੈ। ਕਿਉਂਕਿ ਪਰਮਾਤਮਾ ਦੇ ਦਿੱਤੇ ਹੋਏ ਜਿਹੜੇ ਲੋਕ ਨੇ ਨਾ, ਜਿਹੜੇ ਪਰਮਾਤਮਾ ਨੇ ਪੈਦਾ ਕੀਤੇ ਨੇ, ਉਹਨਾਂ ਦਾ ਵੀ ਹੱਕ ਪਰਮਾਤਮਾ ਨੇ ਬਰਾਬਰੀ ਰੱਖਿਆ। ਉਹਨਾਂ ਨੂੰ ਕਿਉਂ ਨਹੀਂ ਦਿੱਤਾ ਜੇ ਤੁਹਾਨੂੰ ਦਿੱਤਾ? ਇੱਕ ਗਰੀਬ ਇੱਕ ਟਾਈਮ ਦੀ ਰੋਟੀ ਖਾ ਕੇ ਆਪਣੇ ਬੱਚਿਆਂ ਨੂੰ ਬੁੱਕਲ 'ਚ ਲੈ ਕੇ ਸੌਂ ਜਾਂਦਾ ਤੇ ਦੂਜੇ ਟਾਈਮ ਦੀ ਰੋਟੀ ਉਹਨੂੰ ਨਸੀਬ ਨਹੀਂ ਹੁੰਦੀ। ਕੀ ਗੱਲ ਉਹ ਰੱਬ ਦੇ ਬੰਦੇ ਨਹੀਂ? ਉਹ ਰੱਬ ਦੇ ਪੁੱਤ ਨਹੀਂ, ਧੀਆਂ ਨਹੀਂ? ਉਹਨਾਂ ਨੂੰ ਰੱਬ ਕਿਉਂ ਮਾਰਦਾ? ਉਹਨਾਂ ਦੀ ਰੱਬ ਨਾਲ ਦੁਸ਼ਮਣੀ ਕੀ ਹੈ? ਸੋ ਰੱਬ ਦਾ ਨਾਮ ਜਾਂ ਗੁਰਦੁਆਰਿਆਂ ਨੂੰ ਜਾਂ ਧਰਮ ਨੂੰ ਇਸ ਚੀਜ਼ 'ਚ ਇਨਵੋਲਵ ਨਾ ਕੀਤਾ ਜਾਵੇ। ਸਿਰਫ ਤੇ ਸਿਰਫ ਜਿਹੜੀਆਂ ਮੈਂ ਗੱਲਾਂ ਪੁੱਛੀਆਂ, ਇਹ ਐਸਪੀ ਓਬਰਾਏ ਸਾਹਿਬ ਜੇ ਪੰਜਾਬ ਦੇ ਵਿੱਚ ਨੇ, ਨਹੀਂ ਨਿਕਲੇ ਉੱਥੋਂ, ਤਾਂ ਪਲੀਜ਼ ਕਿਰਪਾ ਕਰਕੇ ਉਹਨਾਂ ਨੂੰ ਜ਼ਰੂਰ ਪੁੱਛ ਲੈਣੀਆਂ। ਮੇਰੇ ਸਵਾਲ ਕਾਫੀ ਨੇ ਹੋਰ ਵੀ, ਪਰ ਜਿਹੜੇ ਸਵਾਲ ਤੁਹਾਨੂੰ ਚੰਗੇ ਲੱਗਣ ਇਹਨਾਂ ਦੇ ਵਿੱਚੋਂ ਉਹ ਪੁੱਛ ਲੈਣੇ।
ਕਿਉਂਕਿ ਇਹ ਵਿਦ ਪ੍ਰੂਫ ਨੇ। ਜੇ ਨਾ ਇਹ ਦੱਸੇ ਤਾਂ ਫਿਰ ਮੈਂ ਤੁਹਾਨੂੰ ਜ਼ਰੂਰ ਕੋਸ਼ਿਸ਼ ਕਰੂੰਗਾ ਕਿ ਅਗਲੇ ਹਫਤੇ ਤੱਕ ਜੇ ਮੀਡੀਆ ਨੇ ਇਹ ਖਬਰ ਨਹੀਂ ਚੱਕੀ ਤਾਂ ਮੈਂ ਫਿਰ ਅਗਲੇ ਹਫਤੇ ਇਸ ਚੀਜ਼ ਨੂੰ ਆਪ ਚੁੱਕੂੰਗਾ। ਠੀਕ ਹੈ ਜੀ, ਕਿਉਂਕਿ ਮੇਰਾ ਇਹ ਫਰਜ਼ ਹੈ, ਮੈਂ ਇਹ ਫਰਜ਼ ਸਮਝਦਾ ਤੇ ਬਹੁਤ ਹੀ ਇਹ ਅਹਿਮ ਮੁੱਦਾ। ਤਾਂ ਕਿਰਪਾ ਕਰਕੇ ਮੇਰੀ ਫਿਰ ਇੱਕ ਵਾਰ ਸਾਰੇ ਜਿੰਨੇ ਵੀ ਪੰਜਾਬ ਦੇ ਸਿਰਕੱਢ ਪੱਤਰਕਾਰ ਨੇ, ਇਮਾਨਦਾਰ ਪੱਤਰਕਾਰ ਨੇ, ਕਿ ਉਹ ਐਸਪੀ ਉਬਰਾਏ ਸਾਹਿਬ ਨੂੰ ਕੰਟੈਕਟ ਕਰਕੇ ਉਹਨਾਂ ਤੋਂ ਇਹਨਾਂ ਸਵਾਲਾਂ ਦੇ ਜਵਾਬ ਲੈਣ। ਜੇ ਗੱਲ ਗੋਲ-ਮੋਲ ਲੱਗੇ ਉਹਨਾਂ ਨੂੰ ਕਹੋ ਕਿ ਇਹ ਇੱਕ NRI ਵੀਰ ਦੇ ਪੁੱਛੇ ਹੋਏ ਸਵਾਲ ਨੇ ਤੇ ਇਹ ਵਿਦ ਕਾਗਜ਼, ਜਿਵੇਂ ਤੁਸੀਂ ਪੁੱਛਦੇ ਹੀ ਹੁੰਦੇ ਹੋ ਕਿ ਗੱਲ ਤੇ ਵਿਸ਼ਵਾਸ ਨਾ ਕਈ ਵਾਰੀ ਕਰਿਓ, ਉਹਨਾਂ ਦੇ ਕਾਗਜ਼ ਮੰਗਿਓ, ਪ੍ਰੂਫ ਮੰਗਿਓ ਤੇ ਉਹਨਾਂ ਦੇ ਜਿਹੜੇ ਸਬੰਧ ਨੇ ਉਹ ਕਿੱਥੇ ਜੁੜਦੇ ਨੇ ਉਹਨਾਂ ਦਾ ਵੀ ਥੋੜਾ ਬਹੁਤਾ ਪੁੱਛਣ ਦੀ ਕੋਸ਼ਿਸ਼ ਕਰਿਓ। ਮੈਨੂੰ ਪਤਾ ਕਿ ਜਿਹੜੇ ਵੱਡੇ ਬੰਦੇ ਆ ਉਹ ਟਾਲ ਜਾਂਦੇ ਹੁੰਦੇ ਆ। ਜਿਹੜੇ ਸਵਾਲ ਤੁਹਾਨੂੰ 10-12 ਚੋਂ ਚੰਗੇ ਲੱਗਣ ਨਾ ਉਹ ਪੁੱਛ ਲਿਓ, ਪਰ 5 ਸਵਾਲ ਜ਼ਰੂਰ ਪੁੱਛ ਲਿਓ। ਜਿਹੜੇ ਖਾਸ ਸਵਾਲ ਨੇ ਉਹ ਜ਼ਰੂਰ ਪੁੱਛ ਲੈਣੇ। ਇੰਨਾ ਕਹਿੰਦਾ ਹੋਇਆ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ। ਮੈਂ ਚਾਹੁੰਦਾ ਕਿ ਹਰ ਇੱਕ ਬੰਦਾ ਜਿਹਨੇ ਇਹ ਪ੍ਰੋਗਰਾਮ ਦੇਖਿਆ ਪਲੀਜ਼ ਆਪਣੀ ਵਾਲ ਤੇ ਸ਼ੇਅਰ ਕਰੇ, ਗਰੁੱਪਾਂ 'ਚ ਸ਼ੇਅਰ ਕਰੇ, ਖਾਸ ਕਰਕੇ ਮੀਡੀਆ ਨੂੰ ਮੈਸੇਜ ਦੇ ਥਰੂ ਇਹ ਚੀਜ਼ ਪਹੁੰਚਾ ਦੇਵੇ। ਜਿਨ੍ਹਾਂ ਕੋਲ WhatsApp ਦੇ ਨੰਬਰ ਹੈ WhatsApp ਤੇ, ਨਹੀਂ ਤਾਂ ਮੈਸੇਂਜਰ ਦੇ ਥਰੂ ਇਹ ਖਬਰ ਜਿਹੜੀ ਹੈ ਜ਼ਰੂਰ ਪਹੁੰਚਾਈ ਜਾਵੇ, ਕਿਉਂਕਿ ਲੋਕਾਂ ਦੇ ਸਵਾਲ ਨੇ, ਲੋਕਾਂ ਲਈ ਇਹ ਬਹੁਤ ਜ਼ਰੂਰੀ ਨੇ। ਜਿਹੜਾ ਬੰਦਾ ਲੋਕ ਨਾਇਕ ਹੈ, ਸਮਾਜ ਸੇਵਕ ਹੈ ਤੇ ਉਹ ਪਾਰਦਰਸ਼ੀ ਹੋਣਾ ਬਹੁਤ ਜ਼ਰੂਰੀ ਹੈ। ਥੈਂਕ ਯੂ, ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।